भीतर ते इनको डरो, आपन निकट बुलावो, अपने वेद आप जनाओ। धन धन महापुरख बाबा सिलवरा साहिब जी, बाबा डोगर महाबली जी, तिन्हां दे पवित्र सथानां ते सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਕਿਰਪਾ ਦਾ ਸਦਕਾ ਗੁਰੂ ਪਿਆਰੀ ਸਾਧ ਸੰਗਤ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਪਵਿੱਤਰ ਗੁਰਬਾਣੀ ਦੀ ਵਿਚਾਰ ਬਖਸ਼ਿਸ਼ ਕਰਦੇ ਹਨ। ਆਓ ਕੁਝ ਸਮੇਂ ਵਾਸਤੇ ਲਾਹਾ ਪ੍ਰਾਪਤ ਕਰਨ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਮਾਂ ਸਫਲ ਕਰੋ। ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ, ਗੁਰੂ ਕਿਰਪਾ ਅਨੁਸਾਰ ਚੱਲ ਰਹੀ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਅਨੁਸਾਰ ਅੱਜ ਦਾ ਜੋ ਫਰਮਾਨ ਹੈ, ਪੰਨਾ 1011 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਜੀ ਪਰਮੇਸ਼ਰ ਦਾ ਸਰਗੁਣ ਰੂਪ ਜਿਨ੍ਹਾਂ ਨੇ ਇਹ ਸ਼ਬਦ ਉਚਾਰਨਾ ਕੀਤਾ ਹੈ, ਜਿਸ ਵਿੱਚ ਸਤਿਗੁਰਾਂ ਨੇ ਇੱਕ ਸੇਵਕ ਦੀ ਅਵਸਥਾ ਬਾਰੇ ਦੱਸਣਾ ਕੀਤਾ ਹੈ ਕਿ ਕਹਿਣ ਨੂੰ ਤੇ ਆਮ ਦੁਨੀਆ ਸਭ ਸ੍ਰਿਸ਼ਟੀ ਕਹਿ ਰਹੀ ਹੈ ਕਿ ਅਸੀਂ ਪਰਮੇਸ਼ਰ ਨੂੰ ਮੰਨਦੇ ਹਾਂ, ਪਰ ਕਹਿੰਦੇ ਅਸਲ ਉਹਦਾ ਦਾਸ ਕੌਣ ਹੈ, ਉਹਦਾ ਸੇਵਕ ਕੌਣ ਬਣ ਸਕਦਾ ਹੈ। ਉਹਦੀਆਂ ਕੁਝ ਨਿਸ਼ਾਨੀਆਂ ਹਨ, ਜਿਵੇਂ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹੇ ਨਾ ਕੋਏ। ਸਭ ਤੋਂ ਪਹਿਲੀ ਨਿਸ਼ਾਨੀ ਕਿ ਮੈਂ ਨਹੀਂ ਕਹਿੰਦਾ, ਕਹਿੰਦਾ ਗੁਰੂ ਦੀ ਕਿਰਪਾ। ਆਪਣੀ ਹਉਮੈ ਨੂੰ ਜਿਸ ਨੇ ਛੱਡਿਆ ਹੈ ਅਤੇ ਗੁਰੂ ਦਾ ਭੈ ਮਨ ਦੇ ਵਿੱਚ ਧਾਰਨਾ ਕੀਤਾ, ਸਦਾ ਗੁਰੂ ਦਾ ਡਰ ਮਨ ਦੇ ਵਿੱਚ ਅਤੇ ਗੁਰੂ ਦਾ ਪ੍ਰੇਮ, ਇਹ ਦੋ ਗੁਣ ਸ਼ੁਭ ਜਿਹੜੇ ਹਨ ਇਹ ਰੱਖਣੇ ਕੀਤੇ ਹਨ। ਕਿਉਂਕਿ ਭੈ ਅਤੇ ਭਾਉ ਦੋਵੇਂ ਜ਼ਰੂਰੀ ਹਨ ਜੇ ਗੁਰੂ ਨਾਨਕ ਦੇ ਘਰ ਵਿੱਚੋਂ ਸ਼ੁਭ ਲਾਹਾ ਪ੍ਰਾਪਤ ਕਰਨਾ ਹੈ। ਅਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਫਿਰ ਸੇਵਕਾਂ ਵਾਲਾ ਸੁਭਾਅ ਬਣਾਇਆ ਹੈ ਸਦਾ ਹੀ, ਕਿ ਮਾਲਕ ਦਾ ਹੁਕਮ ਮੰਨਣਾ ਸੇਵਕ ਦੀ ਡਿਊਟੀ ਹੈ। ਸਤ ਬਚਨ ਕਹਿ ਕੇ ਜੋ ਹੁਕਮ ਹੋਇਆ ਉਧਰੇ ਤੁਰ ਪੈਣਾ, ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਢਿੱਲ ਨਹੀਂ ਕਰਨੀ। ਅਤੇ ਸਤਿਗੁਰੂ ਜੀ ਕਥਨ ਕਰਦੇ ਐਸੀ ਅਵਸਥਾ ਵਾਲਾ ਜਿਹੜਾ ਫਿਰ ਉਹਦਾ ਸੇਵਕ, ਉਹਦਾ ਦਾਸ, ਉਹਦਾ ਲਾਲਾ ਕਹਾ ਸਕਦਾ ਹੈ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕੇ ਹਿਰਦੇ ਪ੍ਰਵੇਸ਼। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਮਨ ਵੇਚਣ ਤੋਂ ਭਾਵ ਆਪਣੀ ਮੈਂ ਛੱਡ ਦਿੱਤੀ, ਜੋ ਗੁਰੂ ਨੇ ਕਿਹਾ ਉਹ ਕਰਨਾ ਹੈ। ਸਤਿਗੁਰੂ ਜੀ ਮਹਾਰਾਜ ਇਸ ਸ਼ਬਦ ਵਿੱਚ ਜੋ ਕਿਰਪਾ ਕਰ ਰਹੇ ਹਨ, ਆਓ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਾਲ ਗਰਭ ਛੋੜਿਆ, ਗੁਰ ਕੈ ਪੈ ਸਹਿਜ ਸੁਭਾਈ।
ਲਾਲੈ ਗਰਭ ਛੋੜਿਆ ਗੁਰ ਕੈ ਭੈ ਸਹਿਜ ਸੁਭਾਈ। ਕਹਿੰਦੇ ਜਿਸ ਲਾਲੈ ਤੋਂ ਭਾਵਿਤ ਹੈ ਦਾਸ ਸੇਵਕ। ਜਿਹੜੇ ਦਾਸ ਨੇ, ਜਿਹੜੇ ਸੇਵਕ ਨੇ ਹੰਕਾਰ ਛੱਡਿਆ ਹੈ, ਉਸ ਨੂੰ ਗੁਰਾਂ ਦਾ ਭੈ ਕਰਕੇ ਸ਼ਾਂਤੀ ਸੁਭਾਅ ਪ੍ਰਾਪਤ ਹੋਇਆ ਹੈ ਕਿ ਜਦੋਂ ਹਰ ਵੇਲੇ ਗੁਰੂ ਦੀ ਆਗਿਆ ਨੂੰ ਮੰਨਣਾ, ਗੁਰੂ ਦੀ ਕਿਰਪਾ ਵਿੱਚ ਆ ਗਈ, ਉਹਦੇ ਅੰਦਰ ਗੁਰੂ ਵਸ ਗਿਆ ਅਤੇ ਫਿਰ ਸ਼ਾਂਤੀ ਸੁਭਾਅ ਹੋ ਜਾਂਦਾ ਹੈ। ਇਸੇ ਕਾਰਨ ਸਤਿਗੁਰਾਂ ਨੇ ਕਥਨ ਕੀਤਾ ਹੈ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ ਹਰ ਭਰਮ ਪਦ ਲਈਏ। ਸਤਿਗੁਰਾਂ ਨੇ ਇੱਕ ਵੱਡੀ ਨਿਸ਼ਾਨੀ ਦੱਸੀ ਭਾਈ, ਜਿਹਨੂੰ ਮਿਲਿਆ ਮਨ ਵਿੱਚ ਖੁਸ਼ੀ ਆ ਜਾਵੇ, ਪ੍ਰਸੰਨਤਾ ਆ ਜਾਵੇ, ਮਨ ਠੰਡਾ ਹੋ ਜਾਵੇ, ਮਨ ਦੇ ਸ਼ੰਕੇ ਦੂਰ ਹੋ ਜਾਣ, ਸਮਝੋ ਇਹਦੇ ਵਿੱਚ ਗੁਰੂ ਦਾ ਪ੍ਰਗਟ ਵਾਸਾ ਹੈ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਗੁਰੂ ਕੇ ਸਿੱਖ ਦੀ, ਗੁਰੂ ਕੇ ਸੇਵਕ ਦੀ ਨਿਸ਼ਾਨੀ ਹੈ। ਇਸ ਕਰਕੇ ਜਿਸ ਦਾਸ ਨੇ ਗੁਰਾਂ ਦੇ ਭੈ ਵਿੱਚ ਤੁਰ ਕੇ ਸੁਤੇ ਸਿੱਧ ਹੰਕਾਰ ਤਿਆਗ ਦਿੱਤਾ ਹੈ, ਉਹਨੂੰ ਕੋਈ ਔਖਾ ਕੰਮ ਨਹੀਂ ਜਾਪਿਆ, ਮੁਸ਼ਕਲ ਨਹੀਂ ਲੱਗੀ। ਉਹਨੇ ਇੱਕੋ ਹੀ ਮਨ ਵਿੱਚ ਧਾਰਨਾ ਕੀਤਾ, ਜੋ ਗੁਰੂ ਨੇ ਕਿਹਾ ਮੰਨਣਾ ਹੈ। ਭਾਵੇਂ ਗੁਰੂ ਸੋਭਾ ਦੇਵੇ, ਭਾਵੇਂ ਗੁਰੂ ਐਸੀ ਕਿਰਪਾ ਕਰੇ ਕੋਈ ਸਾਡੀ ਨਿੰਦਿਆ ਕਰੇ, ਭਾਵੇਂ ਗੁਰੂ ਵਡਿਆਈ ਦੇਵੇ, ਭਾਵੇਂ ਅਪਮਾਨ ਹੋਵੇ, ਗੁਰੂ ਦੇ ਹੁਕਮ ਵਿੱਚ ਰਹਿਣਾ ਹੈ। ਇਹ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਭਾਈ, ਉਹ ਸੁਤੇ ਸਿੱਧੀ ਉਹਦਾ ਸੁਭਾਅ, ਉਹਦੀ ਰਹਿਣੀ, ਉਹਦੀ ਰਹਿਤ ਐਸੀ ਬਣ ਜਾਂਦੀ ਹੈ ਕਿ ਕਦੇ ਵੀ ਮੈਂ ਦੇ ਵਿੱਚ ਨਹੀਂ ਆਉਂਦਾ। ਮੈਂ ਰੰਚਕ ਮਾਤਰ ਵੀ ਆ ਗਈ ਅਤੇ ਗੁਰਮਤਿ ਦੇ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਹੈ। ਜਿਵੇਂ ਕਿ ਰਸਤੇ ਵਿੱਚ ਆਵਾਜਾਈ ਰੁਕ ਜਾਵੇ ਅਤੇ ਉਹ ਰਸਤਾ ਜਿਹੜਾ ਹੈ ਚਾਲੂ ਨਹੀਂ ਕਿਹਾ ਜਾਂਦਾ। ਇਸੇ ਤਰ੍ਹਾਂ ਗੁਰਮਤਿ ਦਾ ਰਸਤਾ ਤਾਂ ਹੀ ਸਫਲ ਹੈ ਜੇ ਮਨ ਵਿੱਚ ਕੋਈ ਸ਼ੰਕਾ ਨਾ ਹੋਵੇ। ਸਤਿਗੁਰੂ ਜੀ ਕਥਨ ਕਰਦੀ ਨੇ, ਸੁਤੇ ਸਿੱਧ ਜਿਸ ਸੇਵਕ ਨੇ ਉਹਦੇ ਹੁਕਮ ਨੂੰ ਮੰਨ ਲਿਆ, ਉਹਦੇ 'ਤੇ ਆਪਣੇ ਆਪ ਫਿਰ ਪਰਮੇਸ਼ਰ ਕਿਰਪਾ ਕਰਦਾ ਹੈ। ਹੁਕਮ ਮੰਨਣਾ ਸੇਵਕ ਦੀ ਡਿਊਟੀ ਹੈ। ਬਖਸ਼ਿਸ਼ ਪਰਮੇਸ਼ਰ ਨੇ, ਮਾਲਕ ਨੇ, ਗੁਰੂ ਨੇ ਕਰਨੀ ਹੈ। ਤਾਂ ਹੀ ਕਿਹਾ ਦੋਏ ਕਰ ਜੋਰ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਕਹਿੰਦੇ ਮਹਾਰਾਜ ਮੇਰੀ ਤਾਂ ਇੱਕ ਡਿਊਟੀ ਤੋਂ ਲਾਈ ਹੈ, ਸਾਨੂੰ ਇੱਕੋ ਜਿਹੜੇ ਇੱਕ ਦਾਤ ਬਖਸ਼ੀ ਹੈ, ਅਸੀਂ ਬੇਨਤੀ ਕਰ ਸਕਦੇ ਹਾਂ, ਤੇਰੇ ਗਾੜੀ ਅਰਦਾਸ ਕਰ ਸਕਦੇ ਹਾਂ, ਤਰਲਾ ਪਾ ਸਕਦੇ ਹਾਂ, ਕੋਈ ਜ਼ੋਰ ਨਹੀਂ। ਕਿਰਪਾ ਤੂੰ ਕਰਨੀ ਹੈ, ਜੇ ਤੈਨੂੰ ਭਾ ਜਾਵੇ ਤੂੰ ਮੰਨ ਲਵੇਂ। ਇਸ ਕਰਕੇ ਬਹੁਤੀਆਂ ਮਿੱਠੀਆਂ ਗੱਲਾਂ ਅਤੇ ਬਹੁਤੇ ਚੰਗੇ ਚੰਗੇ ਅੱਖਰ ਬੋਲਿਆਂ ਖੁਸ਼ ਨਹੀਂ ਹੁੰਦਾ। ਉਹਨੇ ਅੰਦਰ ਦੀ ਭਾਵਨਾ ਵੇਖਣੀ ਹੈ ਕਿ ਇਹਦੇ ਅੰਦਰ ਕੀ ਹੈ ਅਤੇ ਬਾਹਰੋਂ ਕੀ ਕਹਿ ਰਿਹਾ ਹੈ। ਜਿਹਦੀ ਕਹਿਣੀ ਅਤੇ ਕਰਨੀ ਇੱਕ ਹੈ, ਉਹਦੇ ਤੋਂ ਪਰਮੇਸ਼ਰ ਕਦੇ ਦੂਰ ਨਹੀਂ। ਲਾਲੈ ਖਸਮ ਪਛਾਣਿਆ ਵੱਡੀ ਵਡਿਆਈ। ਫਿਰ ਕਹਿੰਦੇ ਉਸ ਦਾਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ। ਜਿਹੜੇ ਕਹਿੰਦੇ ਰੱਬ ਕਿਹੜਾ ਕਿਸੇ ਵੇਖਿਆ ਹੈ, ਫਿਰ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਹਵਾ ਵਗਦੀ ਹੈ ਅਤੇ ਦਰਖਤਾਂ ਦੇ ਪੱਤੇ ਵਿੱਚ ਵੀ ਇਹਨੂੰ ਇਹ ਪ੍ਰਤੀਤ ਹੋ ਜਾਂਦੀ ਹੈ, ਪ੍ਰਤੱਖ ਲੱਗਦਾ ਹੈ ਕਿ ਪਰਮੇਸ਼ਰ ਇਹਦੇ ਵਿੱਚ ਵਸ ਰਿਹਾ ਹੈ। ਨਦੀਆਂ ਦਰਿਆਵਾਂ ਦਾ ਪਾਣੀ ਚੱਲਦਾ, ਕਹਿੰਦਾ ਇਹਦੇ ਵਿੱਚ ਹੀ ਪਰਮੇਸ਼ਰ ਹੈ। ਤਾਂ ਹੀ ਕਿਹਾ ਗਾਵਨ ਤੁਧਨ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਕਹਿੰਦੇ ਮਹਾਰਾਜ ਸਾਰੇ ਤੇਰਾ ਜਸ ਗਾ ਰਹੇ ਹਨ। ਜੋ ਆਵਾਜ਼ ਸੁਣਦੀ ਹੈ, ਇਹ ਨਹੀਂ ਕਹਿੰਦੇ ਆਵਾਜ਼ ਕਾਹਦੀ ਹੈ, ਉਹ ਕਹਿੰਦੇ ਪਰਮੇਸ਼ਰ ਦੀ ਸੋਭਾ ਹੋ ਰਹੀ ਹੈ। ਇਸ ਕਰਕੇ ਇਹ ਜਿਹਨੂੰ ਅਵਸਥਾ ਪ੍ਰਾਪਤ ਹੋਈ ਹੈ, ਉਹਨੂੰ ਹਰ ਥਾਂ 'ਤੇ ਉਹਨੇ ਪਰਮੇਸ਼ਰ ਨੂੰ ਪਛਾਣ ਲਿਆ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਜਿਵੇਂ ਆਕਾਸ਼ ਹਰ ਥਾਂ 'ਤੇ ਉੱਪਰ ਆਪਣੇ ਦਿਸਦਾ ਹੈ, ਇਸੇ ਤਰ੍ਹਾਂ ਉਹਨਾਂ ਨੂੰ ਪਰਮੇਸ਼ਰ ਹਰ ਥਾਂ 'ਤੇ ਵਸਿਆ ਦਿਸਦਾ ਹੈ। ਅਤੇ ਜਿਹਨੇ ਨੂੰ ਪਛਾਣ ਲਿਆ ਹੈ ਅਤੇ ਉਸ ਦੀ ਵੱਡੀ ਵਡਿਆਈ ਹੋਈ ਹੈ, ਉਹਦੀ ਸੋਭਾ ਸਦਾ ਹੀ ਹੁੰਦੀ ਹੈ। ਇਹ ਨਹੀਂ ਕਿ ਸਾਹਮਣੇ ਆ ਗਿਆ, ਕੋਈ ਮਤਲਬ ਲੈਣਾ ਅਤੇ ਉਹਦੀ ਬਹੁਤ ਸੋਭਾ ਕਰ ਦਿੱਤੀ, ਕਿਸੇ ਕਾਰਜ ਨਾ ਸਵਾਰਿਆ ਉਹਦੀ ਨਿੰਦਿਆ ਕਰ ਦਿੱਤੀ।
ਆਮ ਮਨੁੱਖਾਂ ਦਾ ਇਹ ਸੁਭਾਅ ਹੁੰਦਾ ਹੈ, ਜਿੱਥੋਂ ਕਾਰਜ ਰਾਸ ਹੋ ਜਾਣਾ, ਮਤਲਬ ਹੱਲ ਹੋ ਜਾਣਾ, ਕੋਈ ਲਾਭ ਹੋਣਾ, ਉਹਦੀ ਸਿਫਤ ਬੜੀ ਕਰਨੀ, ਉਹਨੂੰ ਕਹਿੰਦੇ ਖੁਸ਼ਾਮਦੀ, ਝੂਠੀ ਸੋਭਾ। ਅਤੇ ਜੇ ਕੋਈ ਨਾ ਮੰਨੇ, ਕਿਤੇ ਕਾਰਜ ਨਾ ਸਫਲ ਹੋਇਆ, ਤਾਂ ਉਹਦੇ ਉਲਟ ਬੋਲਣ ਲੱਗ ਪੈਣਾ, ਇਹ ਕਾਹਦਾ ਬੰਦਾ ਹੈ। ਇਹ ਉਹਨਾਂ ਦੀ ਸੋਭਾ ਨਹੀਂ, ਉਹਨਾਂ ਦੀ ਸੋਭਾ ਸਦਾ ਹੀ ਸੱਚੀ ਹੈ, ਭਾਵੇਂ ਕੋਲ ਹੈ ਕੋਈ, ਭਾਵੇਂ ਦੂਰ ਹੈ, ਉਹਦੀ ਸਦਾ ਹੀ ਵਡਿਆਈ ਹੁੰਦੀ ਹੈ। ਕਿਉਂ? ਉਹਨਾਂ ਦੇ ਅੰਦਰ ਉਹਦਾ ਨਾਮ ਅਤੇ ਹੁਕਮ ਵਸਿਆ ਹੈ। ਤਾਂ ਹੀ ਕਿਹਾ, ਤੁਧ ਅੱਗੇ ਅਰਦਾਸ ਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਪਰਮੇਸ਼ਰ ਮੇਰਾ ਤੇ ਕੋਈ ਨਾਂ ਲੈ ਕੇ ਵੀ ਖੁਸ਼ ਨਹੀਂ ਸੀ, ਕਿਸੇ ਨੂੰ ਪਤਾ ਨਹੀਂ ਸੀ। ਇਹ ਤੇਰੇ ਨਾਮ ਦੀ ਵਡਿਆਈ ਹੈ, ਜੋ ਤੂੰ ਸੋਭਾ ਕਰਵਾ ਰਿਹਾ ਹੈ, ਤੇਰੀ ਆਪਣੀ ਸੋਭਾ ਹੈ। ਖਸਮ ਮਿਲਿਆ ਸੁਖ ਪਾਇਆ, ਕੀਮਤ ਕਹਿਣ ਨ ਜਾਏ। ਮਾਲਕ ਪਰਮੇਸ਼ਰ ਨਾਲ ਮਿਲ ਕੇ ਉਹ ਸੁਖ ਪਾਇਆ ਹੈ, ਜਿਸ ਸੁਖ ਦੀ ਕੀਮਤ ਕਹੀ ਨਹੀਂ ਜਾਂਦੀ, ਉਹਦਾ ਕੋਈ ਮੁੱਲ ਨਹੀਂ ਦਿੱਤਾ ਜਾਂਦਾ। ਇਹ ਜਿਹੜਾ ਮਾਲਕ ਕੋਲੋਂ ਸੁਖ ਮਿਲਣਾ ਹੈ ਪ੍ਰੇਮ ਦਾ, ਇਹਦਾ ਕੋਈ ਵੱਡਾ ਚੱਕਰਵਰਤੀ ਰਾਜਾ ਵੀ ਮੁੱਲ ਨਹੀਂ ਦੇ ਸਕਦਾ। ਇਹਦਾ ਮੁੱਲ ਇੱਕੋ ਹੀ ਹੈ, ਪ੍ਰੇਮ ਜਿਹੜਾ ਹੈ ਅੰਦਰੋਂ ਸੱਚਾ ਸ਼ਰਧਾ ਹੈ, ਵਿਸ਼ਵਾਸ ਹੈ, ਉਹ ਮਾਲਕ ਨੂੰ ਲੈ ਲੈਂਦਾ ਹੈ। ਤਾਂ ਹੀ ਕਿਹਾ, ਮਨ ਦੇ ਮੁੱਲ ਲੈ, ਮਨ ਦੇ ਕੇ ਪਰਮੇਸ਼ਰ ਨੂੰ, ਅਤੇ ਇਹ ਆਪਣੀ ਮਰਜ਼ੀ ਛੱਡ ਕੇ ਅਤੇ ਪ੍ਰੇਮ ਦੇ ਨਾਲ ਉਹਨੂੰ ਮੁੱਲ ਲਿਆ ਹੈ। ਇਸ ਕਰਕੇ ਉਹ ਕਿਸੇ ਹੋਰ ਲਾਲਚ ਦੇ ਵੱਸ ਨਹੀਂ, ਕਿਉਂਕਿ ਸਭ ਕੁਝ ਤੇ ਆਪ ਸੰਸਾਰ ਨੂੰ ਬਖਸ਼ਦਾ ਹੈ, ਅਤੇ ਜਿਹੜਾ ਉਹਦੇ ਨਾਲ ਪ੍ਰੇਮ ਕਰਦਾ ਹੈ ਉਹਦੇ ਵੱਸ ਹੋ ਜਾਂਦਾ ਹੈ। ਆਪ ਨੇ ਕਈ ਵਾਰ ਇਹ ਬਚਨ ਸੁਣਿਆ ਹੈ ਕਿ ਭਗਤ ਤਰਲੋਚਨ ਜੀ, ਜਿਹੜੇ ਨਾਮਦੇਵ ਜੀ ਦੇ ਬੜੇ ਸੱਚੇ ਮਿੱਤਰ ਹੋਏ ਹਨ, ਬਾਣੀਆਂ ਜਾਤ ਦੇ ਸਨ, ਅਤੇ ਇਹ ਵੀ ਜਿੱਥੇ ਰੱਬ ਦੀ ਸੰਗਤ ਹੁੰਦੀ ਸੀ ਉੱਥੇ ਜਾ ਕੇ ਹਾਜ਼ਰੀ ਭਰਦੇ ਸਨ। ਜਦੋਂ ਇਹਨਾਂ ਨੇ ਵੇਖਿਆ ਕਿ ਨਾਮਦੇਵ ਜੀ ਨੂੰ ਪਰਮੇਸ਼ਰ ਦੇ ਆਮ ਹੀ ਦਰਸ਼ਨ ਹੁੰਦੇ ਰਹਿੰਦੇ ਹਨ, ਖਾਸ ਕਰਕੇ 72 ਰੂਪ ਧਾਰ ਕੇ ਪਰਮੇਸ਼ਰ ਨੇ ਕਈ ਰੂਪਾਂ ਦੇ ਵਿੱਚ ਦਰਸ਼ਨ ਦਿੱਤੇ, ਅਤੇ ਨਾਮਦੇਵ ਜੀ ਪਛਾਣ ਲਿਆ, ਕਿਉਂਕਿ ਉਹਨਾਂ ਕੋਲ ਤਾਕਤ ਬਖਸ਼ੀ ਹੋਈ ਸੀ ਗੁਰੂ ਦੀ। ਜਿਹੜੇ ਰੂਪ ਵਿੱਚ ਵੀ ਪਰਮੇਸ਼ਰ ਆਇਆ, ਉਹਨਾਂ ਕਿਹਾ ਤੂੰ ਹੀ ਹੈ, ਹੋਰ ਕੋਈ ਨਹੀਂ। ਇਸ ਕਰਕੇ ਤਰਲੋਚਨ ਜੀ ਕਹਿਣ ਲੱਗੇ ਨਾਮਦੇਵ ਨੂੰ, ਕਿਤੇ ਮੇਰੀ ਵੀ ਅਰਦਾਸ ਕਰ, ਮੇਰਾ ਵੀ ਪਰਮੇਸ਼ਰ ਨਾਲ ਮੇਲ ਹੋ ਜਾਵੇ। ਤੋ ਗੁਰੂ ਕੀ ਸਾਧ ਸੰਗਤ ਉਹਦਾ ਬਚਨ ਮੰਨ ਕੇ, ਕਿਉਂਕਿ ਪਰਉਪਕਾਰੀ ਜਿਹੜਾ ਹੁੰਦਾ ਹੈ ਪਰਮੇਸ਼ਰ ਦਾ ਪਿਆਰਾ, ਉਹਨੇ ਸਦਾ ਭਲਾ ਹੀ ਕਰਨਾ ਹੈ, ਕਿਸੇ ਦਾ ਬੁਰਾ ਨਹੀਂ ਕਰਨਾ, ਭਾਵੇਂ ਉਹਨੂੰ ਕੋਈ ਮਾੜਾ ਕਹੇ ਚੰਗਾ ਕਹੇ। ਜਨਮ ਮਰਨ ਦੋਹੂ ਮੈਂ ਨਹੀਂ, ਜਨ ਪਰਉਪਕਾਰੀ ਆਏ। ਇਸ ਕਰਕੇ ਉਹ ਤੇ 84 ਤੋਂ ਰਹਿਤ ਹੁੰਦੇ ਹਨ, ਭਲਾ ਕਰਨ ਵਾਸਤੇ ਆਉਂਦੇ ਹਨ ਸੰਸਾਰ ਦੇ ਜੀਵਾਂ ਦਾ। ਉਹਨਾਂ ਉਹਦੀ ਅਰਦਾਸ ਕੀਤੀ, ਪਰਮੇਸ਼ਰ ਇਹ ਸੱਜਣ ਪਿਆਰਾ ਗੁਰਮੁਖ ਤੇਰੇ ਦਰਸ਼ਨਾਂ ਨੂੰ ਲੋਚਦਾ ਹੈ, ਇਹਨੂੰ ਦਰਸ਼ਨ ਕਿਰਪਾ ਕਰਕੇ ਬਖਸ਼ਣਾ ਕਰੋ। ਅਤੇ ਅੱਗੋਂ ਪਰਮੇਸ਼ਰ ਨੇ ਕਿਹਾ, ਨਾਮਦੇਵ ਮੈਂ ਤੇਰਾ ਕਿਹਾ ਹੋਇਆ ਮੋੜ ਨਹੀਂ ਸਕਦਾ। ਪਰਮੇਸ਼ਰ ਦਾ ਹੁਕਮ ਜਿਹੜਾ ਹੈ ਆਪਣੇ ਪਿਆਰਿਆਂ ਦੇ ਭਗਤਾਂ ਵਾਸਤੇ ਕਈ ਵਾਰ ਬਦਲਾਉਣਾ ਪੈਂਦਾ ਹੈ, ਉਹਦੇ ਅੱਗੇ ਬੇਨਤੀ ਕਰਕੇ, ਅਤੇ ਉਹਦੇ ਜਿਹੜੇ ਸੇਵਕ ਹਨ ਉਹਨਾਂ ਦਾ ਬਚਨ ਪਰਮੇਸ਼ਰ ਨਹੀਂ ਮੋੜਦਾ। ਉਹਦੀ ਵੱਡੀ ਵਡਿਆਈ ਹੈ, ਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨੇ ਕਿਹਾ ਤੈਨੂੰ ਦਰਸ਼ਨ ਹੋਣਗੇ, ਪਰਮੇਸ਼ਰ ਨੇ ਕਿਹਾ ਦਰਸ਼ਨ ਹੋਣਗੇ, ਪਰ ਮੈਂ ਇਹ ਨਹੀਂ ਕਹਿ ਸਕਦਾ ਕਦੋਂ ਹੋਣ, ਕਿੱਥੇ ਹੋਣ, ਅਤੇ ਕਿਹੜੇ ਰੂਪ ਵਿੱਚ ਤੈਨੂੰ ਰੱਬ ਮਿਲੇ, ਇਹ ਮੈਨੂੰ ਪਤਾ ਨਹੀਂ, ਪਰ ਦਰਸ਼ਨ ਹੋ ਜਾਣਗੇ। ਉਹਨੇ ਕਿਹਾ ਧੰਨ ਹੈ। ਕੋਈ ਸਮਾਂ ਲੰਘਿਆ ਅਤੇ ਜਿੱਥੇ ਜਾ ਕੇ ਰੋਜ਼ ਪਰਮੇਸ਼ਰ ਦਾ ਜਸ ਸੁਣਦੇ ਸਨ ਮਹਾਂਪੁਰਖਾਂ ਦੇ ਕੋਲ, ਜਦੋਂ ਉੱਥੇ ਸਮਾਪਤੀ ਹੋਈ ਪਰਮੇਸ਼ਰ ਦੇ ਮਹਿਮਾ ਕਰਨ ਵਾਲਿਆਂ ਨੇ ਸਮਾਪਤੀ ਕੀਤੀ, ਵਿਸ਼ਰਾਮਤਾ ਆਈ ਵਿਚਾਰ ਦੀ, ਅਤੇ ਆ ਕੇ ਬਾਹਰ ਵੇਖਦੇ ਹਨ ਕਿ ਇੱਕ ਗਰੀਬ ਜਿਹਾ ਲੜਕਾ ਅੱਗੇ ਕਿਸੇ ਨੁੱਕਰ 'ਤੇ ਲਾ ਕੇ ਖਲੋਤਾ ਹੈ, ਗਰੀਬੀ ਹਾਲਤ ਵਿੱਚ ਜਾ ਪਿਆ ਹੈ, ਉਹਦੇ ਲੀੜੇ ਕੱਪੜਿਆਂ ਤੋਂ ਵੀ ਸਾਦੇ ਹਨ। ਇੱਥੇ ਕਿਵੇਂ ਖਲੋਤਾ ਹੈ, ਮੈਨੂੰ ਜਾਪਦਾ ਕੋਈ ਕੰਮ ਲੱਭਦਾ ਹੈ। ਉਹਨੇ ਅੱਗੋਂ ਕਿਹਾ, ਭਗਤ ਜੀ ਮੇਰੇ ਦਿਲ ਦੀ ਬੁੱਝੀ ਹੈ, ਇਹ ਜ਼ਰੂਰੀ ਹੈ, ਮੈਂ ਵੀ ਕੋਈ ਟਿਕਾਣਾ ਲੱਭ ਰਿਹਾ ਹਾਂ।
ਜਿਹੜਾ ਮੈਨੂੰ ਯਾਦ ਕਰਦਾ ਹੋਵੇ। ਤੇ ਪਰਮੇਸ਼ਰ ਤੇ ਐਸਾ ਰੂਪ ਬਣਾਇਆ ਸੀ ਕਿ ਉਹਦੀ ਮਹਿਮਾ ਨੂੰ ਹੁਣ ਉਹੀ ਜਾਣਦਾ ਹੈ। ਉਹ ਕਹਿਣ ਲੱਗੇ ਜੇ ਤੈਨੂੰ ਮੇਰੇ ਨਾਲ ਡਿਊਟੀ ਮਿਲ ਜਾਵੇ ਤੇ ਤੂੰ ਚੱਲੇਗਾ। ਉਹਨੇ ਕਿਹਾ ਮੈਂ ਡਿਊਟੀ ਕਰਨੀ ਹੈ, ਨੌਕਰੀ ਕਰਨੀ, ਨੌਕਰ ਕੀ ਤੇ ਨਖਰਾ ਕੀ। ਹੁਕਮ ਮੰਨਣਾ ਸੇਵਕ ਦਾ ਫਰਜ਼ ਹੁੰਦਾ ਹੈ। ਉਹ ਕਹਿੰਦੇ ਤੇਰਾ ਨਾਂ ਕੀ ਹੈ? ਕਹਿਣ ਲੱਗਾ ਮੇਰਾ ਨਾਂ ਹੈ ਅੰਤਰਜਾਮੀ। ਉਹਨੇ ਇੱਕ ਬਚਨ ਇਹ ਕਿਹਾ, ਦੂਜਾ ਬਚਨ ਪੁੱਛਿਆ ਨਾਮ ਉਹਨੇ ਤਰਲੋਚਨ ਜੀ ਨੇ ਕਿ ਤੂੰ ਕੀ ਲਵੇਂਗਾ ਤਨਖਾਹ, ਲੈਣਾ ਦੇਣਾ ਕੀ ਤੇਰੇ ਨਾਲ ਚੱਲੇਗਾ? ਉਹਨੇ ਕਿਹਾ ਮੈਂ ਲੈਣਾ ਹੋਰ ਕੁਝ ਨਹੀਂ, ਮੇਰੀਆਂ ਦੋ ਹੀ ਸ਼ਰਤਾਂ ਹਨ, ਇੱਕ ਤੇ ਮੇਰੀ ਕੋਈ ਨਿੰਦਿਆ ਨਾ ਕਰੇ, ਦੂਜਾ ਮੈਂ ਜਿੰਨਾ ਪ੍ਰਸ਼ਾਦਾ ਪਾਣੀ ਆਪਣੀ ਮਰਜ਼ੀ ਨਾਲ ਛਕ ਲਵਾਂ, ਮੈਨੂੰ ਕੋਈ ਬਹੁਤਾ ਮਜਬੂਰ ਨਾ ਕਰੇ, ਤੇ ਜੇ ਮੈਂ ਜ਼ਿਆਦਾ ਛਕ ਲਵਾਂ ਤੇ ਤਾਂ ਵੀ ਕੋਈ ਕਿੰਤੂ ਪਰੰਤੂ ਨਾ ਹੋਏ, ਨਾ ਛਕਾਂ ਤਾਂ ਵੀ ਕੋਈ ਨਹੀਂ, ਇਹ ਮੈਂ ਆਪਣੀ ਮਰਜ਼ੀ ਨਾਲ ਛਕਣਾ ਹੈ। ਉਹਨੇ ਕਿਹਾ ਬੜਾ ਸਸਤਾ ਨੌਕਰ ਹੈ, ਰੋਟੀ ਪਾਣੀ ਤੇ ਹਰ ਇੱਕ ਨੇ ਖਾਣਾ ਹੀ ਹੁੰਦਾ ਹੈ, ਕਈ ਕੰਮ ਵੀ ਕਰਵਾ ਲੈਂਦੇ ਤੇ ਰੋਟੀ ਪਾਣੀ ਵੇਲੇ ਦੂਜੇ ਦੇ ਘਰ ਕਹਿਣਾ ਉੱਥੇ ਜਾ ਕੇ ਛਕ ਲੈਣਗੇ। ਪਰ ਉਹ ਜਿਹੜੀ ਅਸੀਸ ਮਿਲਣੀ ਸੀ ਉਹ ਉਹਨਾਂ ਦੇ ਕਰਮਾਂ 'ਚ ਪ੍ਰਾਪਤ ਨਹੀਂ। ਕਿਸੇ ਦੀ ਦਿਹਾੜੀ ਤੇ ਭਾਵੇਂ ਦੇ ਦਿੱਤੀ, ਕਈ ਦੇਣ ਤੋਂ ਮੁੜ ਕੇ ਲੜ ਪੈਂਦੇ, ਤੂੰ ਆਹ ਕੰਮ ਗਲਤ ਕੀਤਾ ਸਾਨੂੰ ਕੋਈ ਦੇਣਾ ਨਾ ਪਵੇ। ਕਿਸੇ ਦੀ ਮਜ਼ਦੂਰੀ ਰੱਖਣੀ, ਕਿਸੇ ਦਾ ਹੱਕ ਰੱਖਣਾ ਬੜਾ ਵੱਡਾ ਪਾਪ ਹੈ। ਉਹਦੀ ਗੁਰੂ ਕਦੇ ਵੀ ਅਰਦਾਸ ਬੇਨਤੀ ਨਹੀਂ ਸੁਣਦਾ, ਕਿਉਂਕਿ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ, ਗੁਰ ਪੀਰ ਹਮਾ ਤਾਂ ਪਰੇ ਜਾਮੁਰਦਾਰ ਨਾ ਖਾਏ। ਕਹਿੰਦੇ ਜਿਹੜਾ ਕਿਸੇ ਦਾ ਹੱਕ ਖਾਣਾ ਮਰੇ ਹੋਏ ਪਸ਼ੂਆਂ ਦੇ ਖਾਣ ਦੇ ਸਮਾਨ ਹੈ। ਇਸ ਕਰਕੇ ਉਹਨੇ ਕਿਹਾ ਸਸਤਾ ਨੌਕਰ ਹੈ। ਘਰਵਾਲੀ ਨੂੰ ਆਣ ਕੇ ਕਿਹਾ ਨੌਕਰ ਮਿਲ ਗਿਆ ਬੜਾ ਸਸਤਾ, ਪਰ ਇਹਦੀ ਕਿਤੇ ਨਿੰਦਿਆ ਨਾ ਕਰੀ, ਜਿੰਨਾ ਆਪਣੀ ਮਰਜ਼ੀ ਨਾਲ ਪ੍ਰਸ਼ਾਦਾ ਪਾਣੀ ਛਕ ਲਵੇ ਇਹ ਛਕ ਲਵੇ, ਤੂੰ ਕੁਝ ਨਹੀਂ ਕਹਿਣਾ। ਹੁਣ ਜਦੋਂ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਜਾਂ ਨਵਾਂ ਕੋਈ ਕੰਮ ਆਰੰਭ ਹੁੰਦਾ, ਉਦੋਂ ਸਾਡਾ ਮਨ ਹੋਰ ਹੁੰਦਾ ਹੈ, ਕੁਝ ਸਮੇਂ ਤੋਂ ਬਾਅਦ ਸਾਡਾ ਮਨ ਬਦਲ ਜਾਂਦਾ ਹੈ। ਹੁੰਦਾ ਤੇ ਉਹੀ ਮਨੁੱਖ ਹੈ। ਫਿਰ ਕਹਿੰਦੇ ਆ ਫਲਾਣਾ ਬੰਦਾ ਚੰਗਾ ਨਹੀਂ, ਇਹਦੀਆਂ ਬੋਲ ਚਾਲ ਚੰਗਾ ਨਹੀਂ, ਇਹਦੀ ਰਹਿਣੀ ਚੰਗੀ ਨਹੀਂ, ਪਰ ਉਹਦੇ ਨਾਲ ਵਿਚਾਰ ਨਹੀਂ ਮੁੜ ਕੇ ਮਿਲਦੀ, ਉਹਨੂੰ ਮਾੜਾ ਕਹਿਣ ਲੱਗ ਪੈਂਦੇ ਹਨ। ਹੁਣ ਕੁਝ ਸਮਾਂ ਮਿਲਿਆ ਉਸ ਨੂੰ ਸੇਵਾ ਕਰਨ ਦਾ ਭਗਤ ਦੇ ਘਰ, ਕਿਉਂਕਿ ਭਗਤ ਜੀ ਦਾ ਕੋਈ ਬੱਚਾ ਨਹੀਂ ਸੀ, ਧੀ ਪੁੱਤ ਕੋਈ ਨਹੀਂ, ਸਾਧੂ ਸੰਤ ਬੜੇ ਆਉਂਦੇ ਜਾਂਦੇ ਸਨ, ਇਸ ਕਰਕੇ ਆਵਾਜਾਈ ਬਣੀ ਰਹਿੰਦੀ ਸੀ। ਤੇ ਜਿਹੜੇ ਵੀ ਕੰਮ ਦੀ ਜ਼ਰੂਰਤ ਹੋਣੀ ਉਹਨੇ ਅੰਤਰਜਾਮੀ ਨੇ ਪਹਿਲਾਂ ਕੰਮ ਕੀਤਾ ਹੋਣਾ ਤੇ ਕਰਨਾ ਵੀ ਬਹੁਤ ਵਧੀਆ। ਜੇ ਕੋਈ ਜਲ ਪਾਣੀ ਤਿਆਰ ਕਰਨਾ ਤਾਂ ਵੀ ਬੜੇ ਸੁਚੱਜੇ ਢੰਗ ਦੇ ਨਾਲ ਕਰਨਾ, ਤੇ ਛਕਣ ਵਾਲਾ ਵੇਖ ਕੇ ਹੈਰਾਨ ਹੋ ਜਾਵੇ, ਸੋਭਾ ਕਰੇ। ਬੜੀ ਵਡਿਆਈ ਇਸ ਗੱਲੋਂ ਵੀ ਭਗਤ ਤਰਲੋਚਨ ਜੀ ਦੀ ਹੋਣ ਲੱਗ ਪਈ ਕਿ ਬੜਾ ਇਹਦਾ ਸਸਤਾ ਨੌਕਰ ਬੜਾ ਵਧੀਆ ਹੈ। ਕੋਈ ਸਮਾਂ ਲੰਘਿਆ ਤੇ ਭਗਤ ਜੀ ਦੇ ਘਰ ਵਾਲੀ ਨੇ ਮਨ ਵਿੱਚ ਸੋਚਿਆ ਕਿ ਮੈਂ ਜਿੰਨਾ ਪ੍ਰਸ਼ਾਦਾ ਇਹਨੂੰ ਰੱਖ ਦਿੰਦੀ ਹਾਂ ਛਕਣ ਵਾਸਤੇ, ਖਾ ਕੇ ਉੱਠ ਜਾਂਦਾ ਹੈ, ਕਦੇ ਨੇ ਹੋਰ ਨਹੀਂ ਮੰਗਿਆ ਤੇ ਮੈਂ ਰੱਖੀ ਜਾਵਾਂ, ਕਦੇ ਨਾ ਨਹੀਂ ਕਰਦਾ, ਤੇ ਮੈਨੂੰ ਸਮਝ ਨਹੀਂ ਲੱਗਦੀ ਇਹ ਭੁੱਖਾ ਰਹਿੰਦਾ ਕਿ ਰੱਜ ਜਾਂਦਾ ਹੈ, ਕਿੰਨੀ ਕਿਹਦੀ ਭੁੱਖ ਹੈ ਜਾਂ ਕਿੰਨੀ ਇਹਨੂੰ ਲੋੜ ਹੈ ਜਾਂ ਕਿੰਨੀ ਨਹੀਂ ਲੋੜ, ਮੈਨੂੰ ਕੋਈ ਸਮਝ ਨਹੀਂ ਲੱਗਦੀ। ਇਸ ਤਰ੍ਹਾਂ ਮਨ ਵਿੱਚ ਵਿਚਾਰਨ ਲੱਗ ਪਈ। ਅਵਸਥਾ ਹੌਲੀ ਹੌਲੀ ਮਨ ਦੀ ਬਦਲ ਗਈ। ਫਿਰ ਇੱਕ ਦਿਨ ਕਿਆ ਪਰਖ ਕਰਕੇ ਵੇਖ ਲਵਾਂ, ਤੇ ਜੋ ਸਾਧੂ ਸੰਤਾਂ ਵਾਸਤੇ ਭੋਜਨ ਤਿਆਰ ਕੀਤਾ ਸੀ, ਭਾਜੀ ਸਬਜ਼ੀ ਬਣਾਈ ਸੀ, ਪ੍ਰਸ਼ਾਦੇ ਤਿਆਰ ਕੀਤੇ, ਕਹਿੰਦੀ ਅੰਤਰਜਾਮੀ ਅੱਜ ਤੂੰ ਪਹਿਲਾਂ ਛਕ ਲੈ, ਫਿਰ ਤੂੰ ਲੇਟ ਹੋ ਜਾਂਦਾ ਹੈ, ਫਿਰ ਸੰਤਾਂ ਸਾਧੂਆਂ ਨੂੰ ਖਵਾ ਦੇਵਾਂਗੇ ਜਿੰਨਾ ਚਿਰ ਉਹ ਆਪਣਾ ਭਜਨ ਬਾਣੀ ਕੋਈ ਰੱਬ ਦਾ ਜਸ ਕਰਦੇ ਹਨ, ਤੂੰ ਪਹਿਲਾਂ ਛਕ ਲੈ। ਤੇ ਕਹਿੰਦੇ ਉਹ ਤਰਲੋਚਨ ਭਗਤ ਦੇ ਘਰ ਵਾਲੀ ਪ੍ਰਸ਼ਾਦੇ ਲਾ ਕੇ ਰੱਖੀ ਜਾਂਦੀ, ਉਹਦੇ ਭਾਂਡੇ ਦੇ ਵਿੱਚ ਉਹ ਛਕੀ ਜਾਂਦਾ ਹੈ, ਸਬਜ਼ੀ ਜਿੰਨੀ ਪਾਈ ਜਾਂਦੀ ਛਕੀ ਜਾਂਦਾ ਹੈ। ਕਹਿੰਦੇ ਜਦੋਂ ਪਰਾਤ ਵਿੱਚ ਇੱਕ ਪੇੜੇ ਦਾ ਆਟਾ ਲਗਭਗ ਬਚਿਆ ਤੇ ਮਨ ਵਿੱਚ ਗੁੱਸਾ ਆ ਗਿਆ। ਕਹਿੰਦੀ ਇਹਦਾ ਢਿੱਡ ਹੈ ਕਿ ਦੇਗਬਰ ਹੈ, ਕਿੰਨੇ ਸੰਤਾਂ ਦਾ ਮੈਂ ਭੋਜਨ ਤਿਆਰ ਕੀਤਾ ਸੀ, ਪ੍ਰਸ਼ਾਦੇ ਬਣਾ ਰਹੀ ਹਾਂ, ਇਹ ਇਕੱਲਾ ਹੀ ਛਕ ਗਿਆ ਤੇ ਅਜੇ ਬਸ ਨਹੀਂ ਕਰਦਾ, ਪਤਾ ਨਹੀਂ ਇਹਦਾ ਢਿੱਡ ਹੈ ਕਿ ਟੋਆ ਹੈ। ਮਨ ਵਿੱਚ ਸ਼ੰਕਾ ਆ ਗਿਆ, ਕਿੰਤੂ ਪਰੰਤੂ ਹੋ ਗਿਆ। ਤੇ ਉਸ ਵੇਲੇ ਭਗਤ ਜੀ ਉੱਠ ਕੇ ਚਲੇ ਗਏ
ਉਹਨਾਂ ਛਕਿਆ ਜਿੰਨਾ ਸੀ ਛਕ ਲਿਆ, ਚਲੇ ਗਏ। ਅਤੇ ਉੱਧਰੋਂ ਉਹਨੇ ਮਾਰਿਆ ਤਵਾ ਪਾਸੇ ਤੇ ਕੰਢੇ ਨਾਲ ਮੂਧਾ, ਅਤੇ ਜਾ ਕੇ ਐਸਾ ਮਨ ਵਿੱਚ ਖਿਝਿਆ ਹੋਇਆ ਸੁਭਾਅ ਜਿਹਾ ਬਣਾ ਲਿਆ, ਉਦਾਸ ਜਿਹਾ ਸੁਭਾਅ ਬਣਾ ਕੇ ਅਤੇ ਗੁਆਂਢਣ ਨਾਲ ਜਾ ਗੱਲਾਂ ਕਰਨ ਲੱਗ ਗਈ, ਭਜਨ ਵਿਲਾਸ ਕਰਨ ਲੱਗ ਪਈ। ਅਤੇ ਉਹਨੇ ਕਿਹਾ, ਭੈਣਾ ਅੱਜ ਤੇਰਾ ਚਿਹਰਾ ਜਿਹੜਾ ਹੈ ਕੋਈ ਬਦਲਿਆ ਹੋਇਆ ਕੋਈ ਕਾਰਨ ਹੈ, ਤੇਰੇ ਚਿਹਰੇ 'ਤੇ ਖੁਸ਼ੀ ਨਹੀਂ। ਇੱਕ ਦੋ ਵਾਰਾਂ 'ਤੇ ਜਿੱਦਾਂ ਸੁਭਾਅ ਹੁੰਦਾ, ਉਹਨੇ ਕਿਹਾ ਨਹੀਂ ਕੋਈ ਗੱਲ ਨਹੀਂ, ਕਹਿੰਦੀ ਤੂੰ ਲੁਕਾ ਨਾ, ਦੱਸਿਆ ਮਨ ਹੌਲਾ ਹੋ ਜਾਂਦਾ, ਕਿਸੇ ਭੈਣ ਭਰਾ ਨੂੰ ਦੱਸੀਏ। ਪਰ ਦੁੱਖ ਵੀ ਉਹਨੂੰ ਦੱਸਣਾ ਚਾਹੀਦਾ ਜਿਹਦੇ ਕੋਲੋਂ ਸੁੱਖ ਮਿਲਣਾ ਹੈ, ਨਹੀਂ ਤਾਂ ਅੱਜ ਕੱਲ੍ਹ ਦਾ ਸਮਾਂ ਲੋਕ ਸੁਣ ਲੈਂਦੇ ਮਗਰੋਂ ਮਖੌਲ ਕਰਦੇ ਹਨ। ਕਿਸੇ ਦਾ ਦੁੱਖ ਸੁਣ ਕੇ ਕੋਈ ਐਸਾ ਹੈ ਜਿਹੜਾ ਵੰਡਾਉਣ ਵਾਲਾ ਹੈ। ਇਸ ਪ੍ਰਕਾਰ ਉਹਨੇ ਕਿਹਾ, ਭੈਣਾ ਦੱਸਣਾ ਕੀ, ਨੌਕਰ ਮਿਲਿਆ ਸੀ, ਮਨ ਵਿੱਚ ਸੋਚਿਆ ਬੜਾ ਚੰਗਾ ਹੈ। ਪਰ ਇੱਕ ਦਿਨ ਮੇਰੇ ਮਨ ਵਿੱਚ ਵਿਚਾਰ ਹੀ ਇਹਨੂੰ ਵੇਖ ਲਵਾਂ ਭੁੱਖਾ ਹੈ ਕਿ ਰੱਜਦਾ ਹੈ। ਪਰ ਜਿੰਨਾ ਕੁਝ ਬਣਾਇਆ ਸੀ ਇਹ ਸਭ ਕੁਝ ਛਕ ਗਿਆ ਅਤੇ ਅਜੇ ਬਸ ਨਹੀਂ ਕੀਤੀ, ਹਾਰ ਕੇ ਮੈਂ ਆ ਗਈ ਹਾਂ। ਹੁਣ ਮੈਨੂੰ ਇਹ ਸਮਝ ਨਹੀਂ ਲੱਗੀ ਨੌਕਰ ਭੁੱਖਾ ਰਹਿੰਦਾ ਕਿ ਰੱਜ ਜਾਂਦਾ ਹੈ। ਜਦੋਂ ਇੰਨੀ ਗੱਲ ਕੀਤੀ ਅਤੇ ਜਿਹੜਾ ਹੈ ਅੰਤਰਜਾਮੀ ਉਹ ਸਾਰਿਆਂ ਦੀ ਗੱਲ ਜਾਣਦਾ ਹੈ। ਬਾਹਰੋਂ ਭਾਵੇਂ ਅਸੀਂ ਕਿੰਨੇ ਬਚਨ ਚੰਗੇ ਕਰੀਏ, ਕਿੰਨੇ ਮੱਥੇ ਰਗੜ ਗਏ, ਉਹਨੇ ਵੇਖਣਾ ਇਹਦੇ ਅੰਦਰ ਕਿੱਥੇ ਲਾਲਚ ਹੈ, ਕਿੱਥੇ ਇਹਦਾ ਮਨ ਟਿਕਦਾ ਹੈ, ਕਿੱਧਰ ਜਾਂਦਾ ਹੈ। ਉਸ ਦਾ ਫਲ ਸਾਨੂੰ ਮਿਲਣਾ ਹੈ ਜੋ ਅੰਦਰ ਦੀ ਭਾਵਨਾ ਹੈ। ਅਤੇ ਇਸ ਵੇਲੇ ਜਦੋਂ ਉਹਦੇ ਨਾਲ ਬਚਨ ਵਿਲਾਸ ਕਰਕੇ ਵਾਪਸ ਘਰ ਆਈ ਅਤੇ ਬੂਹੇ ਖੁੱਲ੍ਹੇ, ਚੁੱਲ੍ਹੇ ਠੰਡੇ ਪਏ, ਘਰ ਦੀ ਰੌਣਕ ਉੱਡ ਗਈ, ਸੁੰਨਸਾਨ ਘਰ ਬਣ ਗਿਆ। ਕਿਉਂਕਿ ਜਿੱਥੇ ਪਰਮੇਸ਼ਰ ਨਾਰਾਜ਼ ਹੋ ਕੇ ਘਰੋਂ ਚਲਿਆ ਜਾਵੇ, ਬਾਕੀ ਕੀ ਰਹਿ ਗਿਆ। ਤਾਂ ਹੀ ਸਿਆਣਿਆ ਕਿਹਾ, ਕਲੇ ਕਲੰਦਰ ਵਸੇ ਅਤੇ ਘੜਿਓਂ ਪਾਣੀ ਨਸੇ। ਜਿਸ ਘਰ ਵਿੱਚ ਪ੍ਰੇਮ ਹੈ, ਜਿਸ ਪਿੰਡ ਵਿੱਚ ਪ੍ਰੇਮ ਹੈ, ਜਿਹੜੇ ਨਗਰ ਵਿੱਚ ਪ੍ਰੇਮ ਹੈ, ਉੱਥੇ ਪਰਮੇਸ਼ਰ ਵੱਸਦਾ ਹੈ, ਉੱਥੇ ਏਕਤਾ ਹੋਵੇਗੀ, ਉੱਥੇ ਵੱਖ-ਵੱਖ ਸਕੀਮਾਂ ਨਹੀਂ ਹੋਣਗੀਆਂ ਅੱਡੋ ਅੱਡ। ਉਹ ਸਿਆਣਿਆਂ ਦੀ ਇਹ ਵਿਚਾਰ ਹੈ, 100 ਸਿਆਣਾ ਇੱਕੋ ਮੱਤ, ਮੂਰਖਾਂ ਦੀ ਵੱਖੋ ਵੱਖ। ਭਾਵੇਂ 100 ਸਿਆਣਾ ਹੋ ਜਾਵੇ, 1000 ਸਿਆਣਾ ਰਲ ਜਾਵੇ, ਉਹਨਾਂ ਦੀ ਇੱਕ ਰਾਏ ਬਣ ਜਾਵੇਗੀ ਅਤੇ ਮੂਰਖ 2 ਵੀ ਹੋਣਗੇ ਤਾਂ ਉਹਨਾਂ ਦੀ ਗੱਲ ਨਹੀਂ ਰਲਦੀ। ਉਹਨੇ ਕਿਹਾ ਮੈਂ ਸੱਚਾ, ਉਹਨੇ ਕਹਿਣਾ ਮੈਂ ਸੱਚਾ। ਉੱਥੇ ਪਰਮੇਸ਼ਰ ਨਹੀਂ ਰਹਿੰਦਾ, ਗੁਪਤ ਹੋ ਜਾਂਦਾ। ਵਾਸਾ ਭਾਵੇਂ ਦਾ ਹਰ ਥਾਂ 'ਤੇ ਹੈ, ਪ੍ਰਗਟ ਉੱਥੇ ਹੋਵੇਗਾ ਜਿੱਥੇ ਇੱਕ ਰਾਏ ਹੋਵੇਗੀ, ਇੱਕ ਪ੍ਰੇਮ ਹੋਵੇਗਾ। ਹੁਣ ਗੁਰੂ ਕੀ ਸਾਧ ਸੰਗਤ ਬੜਾ ਉਹਦਾ ਭੈੜਾ ਜਿਹੜਾ ਸੀ ਉਸ ਵੇਲੇ ਹਾਲ ਹੋ ਗਿਆ। ਬਾਹਰੋਂ ਭਗਤ ਜੀ ਆਏ, ਵੇਖਿਆ ਕੀ ਕਾਰਨ ਹੈ ਅੱਜ। ਕਹਿਣ ਲੱਗੀ ਕਰਨਾ ਕੀ, ਜਿਹੜਾ ਤੂੰ ਨੌਕਰ ਲਿਆਂਦਾ ਸੀ ਉਹਨੇ ਮੈਨੂੰ ਬੜਾ ਪਰੇਸ਼ਾਨ ਕਰ ਦਿੱਤਾ। ਫਿਰ ਉਹੀ ਗੱਲ, ਜਦੋਂ ਉਹਨੇ ਸਾਰੀ ਕਹਾਣੀ ਦੱਸੀ, ਉਹਨੇ ਕਿਹਾ ਤੂੰ ਮਾੜਾ ਕੀਤਾ। ਅੰਦਰ ਬਾਹਰ ਆਵਾਜ਼ ਦਿੱਤੀ, ਅੰਤਰਜਾਮੀ ਘਰ ਹੋਵੇ ਤੇ ਆਵਾਜ਼ ਦੇਵੇ। ਉਹ ਕਹਿੰਦਾ ਤੂੰ ਕੋਈ ਮਾੜਾ ਬਚਨ ਕੀਤਾ, ਨਿੰਦਿਆ ਕੀਤੀ। ਕਹਿਣ ਲੱਗੀ ਨਿੰਦਿਆ ਮੇਰੇ ਕੋਲ ਆਹ ਬਚਨ ਹੋਇਆ, ਹੋਰ ਤਾਂ ਮੈਂ ਕੋਈ ਕੀਤਾ ਨਹੀਂ। ਉਹਨੇ ਕਿਹਾ ਫਿਰ ਤੈਨੂੰ ਪਹਿਲਾਂ ਕਿਹਾ ਸੀ ਇਹਦੇ ਵਾਸਤੇ ਕੋਈ ਕਿੰਤੂ ਪਰੰਤੂ ਨਾ ਕਰੀ, ਜੋ ਕਰਦਾ ਤੂੰ ਇਹਨੂੰ ਨੋਕਾ ਟੋਕੀ ਨਹੀਂ ਕਰਨੀ। ਤੂੰ ਮਾੜਾ ਕੀਤਾ, ਪਰਮੇਸ਼ਰ ਨਾਰਾਜ਼ ਹੋ ਕੇ ਚਲਿਆ ਗਿਆ। ਉਹ ਅੰਤਰਜਾਮੀ ਨੌਕਰ ਜਿਹੜਾ ਸੀ ਚਲਿਆ ਗਿਆ, ਕਿਉਂਕਿ ਅਜੇ ਇਹਨੂੰ ਪਤਾ ਨਹੀਂ ਪਰਮੇਸ਼ਰ ਹੈ। ਬੜਾ ਉਦਾਸ ਹੋ ਗਿਆ ਭਗਤ ਕੇ ਐਸੋ ਜਿਹਾ ਨੌਕਰ ਮੁੜ ਕੇ ਬਾਰ-ਬਾਰ ਮਿਲਣਾ ਮੁਸ਼ਕਿਲ ਹੈ, ਕਿਉਂਕਿ ਪ੍ਰੇਮ ਵਾਲਾ ਲੱਭਣਾ ਬੰਦਾ ਬੜਾ ਔਖਾ ਹੈ। ਮੁੱਲ 'ਤੇ ਭਾਵੇਂ ਕਿੰਨੇ ਨੌਕਰ ਖਰੀਦ ਲਈਏ, ਨੌਕਰ ਅਤੇ ਚਾਕਰ ਦਾ ਫਰਕ ਇਹੀ ਹੈ। ਚਾਕਰ ਉਹ ਹੁੰਦਾ ਹੈ ਜਿਹੜਾ ਪ੍ਰੇਮ ਨਾਲ ਆਪਣੀ ਡਿਊਟੀ ਨਿਭਾਵੇ ਫਰਜ਼ ਸਮਝ ਕੇ, ਅਤੇ ਨੌਕਰ ਉਹ ਹੈ ਜਿਹਨੇ ਮਸਲਾ ਰੱਖਣਾ ਤਨਖਾਹ ਦਾ, ਕਿਸੇ ਦਾ ਨੁਕਸਾਨ ਹੋਵੇ ਫਾਇਦਾ ਹੋਵੇ ਉਹਨੂੰ ਕੋਈ ਨਹੀਂ। ਇਸ ਕਰਕੇ ਜਾਂ ਰਾਤ ਪਈ, ਪਰਮੇਸ਼ਰ ਗਾੜੀ ਬੇਨਤੀਆਂ ਕੀਤੀਆਂ, ਮਹਾਰਾਜ ਕੀ ਬਣਿਆ, ਸਾਡੇ ਘਰੋਂ ਬੰਦਾ ਆਇਆ ਚਲਿਆ ਗਿਆ। ਪਰਮੇਸ਼ਰ ਨੇ ਆਕਾਸ਼ ਬਾਣੀ ਦਿੱਤੀ, ਆਵਾਜ਼ ਆਈ, ਹੇ ਤ੍ਰਿਲੋਚਨ ਮੈਂ ਆਪਣੇ ਪਰਮ ਪਿਆਰੇ ਭਗਤ ਨਾਮਦੇਵ ਦੇ ਕਹਿਣ ਕਰਕੇ ਤੇਰੇ ਘਰ ਆਇਆ, 13 ਮਹੀਨੇ ਰਿਹਾ ਨੌਕਰ ਬਣ ਕੇ, ਪਰ ਤੁਸੀਂ ਦੋਵੇਂ ਮੈਨੂੰ ਪਛਾਣ ਨਹੀਂ ਸਕੇ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨੇ ਮਾਰੇ ਮੱਥੇ ਨੂੰ ਹੱਥ, ਕਹਿਣ ਲੱਗਾ ਕਿਸਮਤ ਮਾੜੀ। ਘਰ ਵਾਲੀ ਨੂੰ ਕਹਿਣ ਲੱਗਾ ਗਵਾਰੀਏ ਮਾੜਾ ਕੀਤਾ, ਇਹ ਤਾਂ ਪਰਮੇਸ਼ਰ ਆਪ ਸੀ। ਆਪਾਂ ਨੂੰ ਇਹ ਨਹੀਂ ਸਮਝ ਆਈ ਅੰਤਰਜਾਮੀ ਕੌਣ ਹੁੰਦਾ ਹੈ। ਹੁਣ ਗੁਰੂ ਸਮਝਾਵੇ ਤੇ ਸਮਝ ਆਵੇ। ਅਤੇ ਫਿਰ ਕਹਿਣ ਲੱਗਾ ਮਨ ਵਿੱਚ ਕਿ ਵੇਖੋ ਪਰਮੇਸ਼ਰ ਨੇ ਕਿੰਨੀ ਕਿਰਪਾ ਕੀਤੀ। ਲੋਕ ਉਹਦੇ ਦਰਸ਼ਨਾਂ ਵਾਸਤੇ, ਇੱਕ ਖਿਣ ਵਾਸਤੇ ਕਹਿੰਦੇ ਸਾਨੂੰ ਦਰਸ਼ਨ ਹੋ ਜਾਣ। ਜਿੱਥੇ 13 ਮਹੀਨੇ ਪਰਮੇਸ਼ਰ ਆਪ ਕੰਮ ਕਰਦਾ ਰਿਹਾ ਉਹਦੇ,
ਤੇ ਉਹ ਕਿੱਡੀ ਵੱਡੀ ਕਿਸਮਤ ਹੋਵੇਗੀ, ਪਰ ਉਹ ਸਾਂਭਣਾ ਜਿਹੜਾ ਖਜ਼ਾਨਾ ਬੜਾ ਔਖਾ ਹੈ। ਇਸ ਕਰਕੇ ਉਹ ਗੁਰਬਾਣੀ ਵਿੱਚ ਸਾਰਾ ਸ਼ਬਦ ਆਉਂਦਾ ਹੈ। ਭਗਤ ਜੀ ਨੇ ਕਿਹਾ ਕਿ ਕਰਮ ਜਿਹੜੇ ਹਨ ਮਾੜੇ, ਉਹ ਮਿਟਦੇ ਨਹੀਂ। ਮਾੜੇ ਕਰਮਾਂ ਕਰਕੇ ਅਸੀਂ ਉਹਦੀ ਨਿੰਦਿਆ ਕਰ ਬੈਠੇ, ਘਰ ਆਇਆ ਰੱਬ ਜਿਹੜਾ ਸੀ ਉਹਨੂੰ ਨਾਰਾਜ਼ ਕਰਕੇ ਘਰੋਂ ਘਲਾ ਦਿੱਤਾ। ਇਸ ਕਰਕੇ ਇੱਥੇ ਬਚਨ ਇਹ ਆਉਂਦਾ ਹੈ, ਭਾਈ ਜਿਹੜਾ ਉਹਦਾ ਸੇਵਕ ਹੈ, 7 ਵਚਨ ਕਰਕੇ ਉਹਦੇ ਹੁਕਮ ਨੂੰ ਮੰਨੇ, ਉਹਦੀ ਸਦਾ ਹੀ ਸੋਭਾ ਹੁੰਦੀ ਹੈ ਅਤੇ ਉੱਥੇ ਸਦਾ ਹੀ ਖੁਸ਼ੀਆਂ ਖੇੜੇ ਬਣ ਜਾਂਦੇ ਹਨ। ਉਹ ਮੁੱਲ ਨਹੀਂ ਮਿਲਦਾ, ਪ੍ਰੇਮ ਦੇ ਨਾਲ ਮਿਲਦਾ ਹੈ। ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ, ਕਹਿੰਦੇ ਮੈਂ ਮਾਲਕ ਪਰਮੇਸ਼ਰ ਦੇ ਦਾਸਾਂ ਦਾ ਦਾਸ ਹਾਂ। ਨਿਮਰਤਾ, ਉਹਦੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣ ਜਾਣਾ, ਕਿੰਨੀ ਨਿਮਰਤਾ ਹੈ। ਸਾਰੀ ਵਡਿਆਈ ਪਰਮੇਸ਼ਰ ਮਾਲਕ ਦੀ ਹੈ ਅਤੇ ਮੈਂ ਮਾਲਕ ਦੀ ਵਡਿਆਈ ਕਰਦਾ। ਮਹਾਰਾਜ ਤੂੰ ਧੰਨ ਹੈ, ਅਸੀਂ ਕੀ ਕਰ ਸਕਦੇ ਹਾਂ। ਗੁਰ ਪ੍ਰਸਾਦੀ ਉਬਰੇ ਹਰ ਕੀ ਸਰਣਾਈ ਰਹਾ, ਗੁਰਾਂ ਦੀ ਕਿਰਪਾ ਨਾਲ ਹਰੀ ਦੀ ਸ਼ਰਨ ਵਿੱਚ ਆਏ ਅਤੇ ਉਹਦੀ ਸ਼ਰਨ ਵਿੱਚ ਆ ਕੇ ਦਾਸ ਵਕਾਰਾਂ ਤੋਂ ਬਚ ਗਏ ਹਨ। ਉਹਨੇ ਮਾੜਿਆਂ ਔਗਣਾਂ ਤੋਂ ਬਚਾ ਲਿਆ ਅਤੇ ਸ਼ੁਭ ਗੁਣ ਬਖਸ਼ ਦਿੱਤੇ। ਜਾਂ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਜਿਹੜੇ ਉਹਦੀ ਸ਼ਰਨ ਵਿੱਚ ਆ ਗਏ ਹਨ। ਰਹਾ, ਕਿਉਂਕਿ ਸਿਆਣਿਆਂ ਦਾ ਕਥਨ ਹੈ, ਤੁਲਸੀਦਾਸ ਜੀ ਕਹਿੰਦੇ ਜੇ ਸਮੁੰਦਰ ਨੂੰ ਮਿਲਣਾ ਤਾਂ ਨਦੀ ਦਾ ਸੰਗ ਕਰਨਾ ਪਵੇਗਾ, ਜਿਹੜੀ ਨਦੀ ਸਮੁੰਦਰ ਨਾਲ ਜਾ ਕੇ ਮੇਲ ਖਾਂਦੀ ਹੈ। ਜਿਹੜੀ ਨਦੀ ਰਾਹ ਵਿੱਚ ਹੀ ਜਿਹਦਾ ਪਾਣੀ ਖਿੱਲਰ ਪੁੱਲਰ ਜਾਂਦਾ, ਸੁੱਕ ਜਾਂਦਾ, ਉਹਨੇ ਕਿਸੇ ਨੂੰ ਕਿੱਥੇ ਸਮੁੰਦਰ 'ਚ ਖੜਨਾ ਹੈ। ਜਿਹੜੀਆਂ ਵਗਦੀਆਂ ਨਦੀਆਂ ਜਿਨ੍ਹਾਂ ਦਾ ਸਮੁੰਦਰ ਨਾਲ ਮੇਲ ਹੈ, ਉਸ ਨਦੀ ਦੇ ਕੰਢੇ ਕੋਈ ਤੁਰਿਆ ਜਾਵੇ ਤਾਂ ਇੱਕ ਦਿਨ ਸਮੁੰਦਰ ਦੇ ਨਾਲ ਮੇਲ ਹੋ ਜਾਂਦਾ ਹੈ। ਇਹ ਸੰਗਤ ਹੈ ਜਿਹੜੀ ਨਦੀ ਹੈ, ਸਮੁੰਦਰ ਪਰਮੇਸ਼ਰ ਹੈ। ਜਿਹੜਾ ਸੱਚੀ ਸੰਗਤ ਕਰੇਗਾ ਉਹਦਾ ਪਰਮੇਸ਼ਰ ਨਾਲ ਮੇਲ ਹੋ ਜਾਂਦਾ ਹੈ। ਲਾਲੇ ਨੋ ਸਿਰਕਾਰ ਹੈ ਧੁਰ ਖਸਮ ਫਰਮਾਏ, ਦਾਸ ਦੇ ਸਿਰ ਉੱਤੇ ਭਗਤੀ ਦੀ ਕਾਰ ਕਰਨੀ ਧੁਰ ਤੋਂ ਹੀ ਮਾਲਕ ਪਰਮੇਸ਼ਰ ਨੇ ਫਰਮਾਈ ਹੋਈ ਹੈ। ਮੱਥੇ ਦਾ ਲੇਖ ਹੈ ਕਿ ਇਹ ਤੂੰ ਭਗਤੀ ਕਰਨੀ ਹੈ ਤਾਂ ਜੀਵ ਭਗਤੀ ਦੇ ਨਾਲ ਜੁੜ ਸਕਦਾ, ਸਾਰੇ ਨਹੀਂ। ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੇ ਲਾਗੇ। ਉਹ ਵੀ ਕਿਵੇਂ ਕਿ ਕਿਤੇ ਵਿਧੀ ਦੇ ਨਾਲ ਕਿਤੇ ਚੰਗੇ ਪਾਸੇ ਕੋਈ ਪੁੰਨ ਦਾਨ ਕੀਤਾ ਜਾਵੇ, ਕਿਸੇ ਦਾ ਭਲਾ ਕੀਤਾ ਜਾਵੇ ਲੋੜ ਅਨੁਸਾਰ, ਉਹਦਾ ਫਲ ਜਿਹੜਾ ਹੈ ਜੀਵ ਨੂੰ ਚੰਗੇ ਪਾਸੇ ਪ੍ਰੇਰਨਾ ਕਰਦਾ ਹੈ ਅਤੇ ਜੀਵ ਫਿਰ ਪਰਮੇਸ਼ਰ ਦੀ ਭਗਤੀ ਨਾਲ ਜੁੜ ਜਾਂਦਾ ਹੈ। ਇੱਕ ਜਨਮ ਦੀ ਨਹੀਂ, ਪਤਾ ਨਹੀਂ ਕਿੰਨੇ ਕਿੰਨੇ ਜਨਮਾਂ ਦਾ ਇਹ ਖਜ਼ਾਨਾ ਇਕੱਠਾ ਹੋਵੇ ਫਿਰ ਕਿਰਪਾ ਹੁੰਦੀ ਹੈ। ਇਸ ਲਈ ਲਾਲੇ ਹੁਕਮ ਪਛਾਣਿਆ ਸਦਾ ਰਹਿ ਰਜਾਈ, ਦਾਸ ਨੇ ਉਸ ਪ੍ਰਭੂ ਦਾ ਹੁਕਮ ਪਛਾਣਿਆ ਹੈ ਅਤੇ ਉਸੇ ਦੀ ਆਗਿਆ ਵਿੱਚ ਰਹਿੰਦਾ, ਉਹਦੀ ਆਗਿਆ ਮੰਨ ਕੇ ਸੁੱਖ ਮਿਲਣਾ ਹੈ। ਹੁਕਮ ਦੇ ਵਿੱਚ ਸੁੱਖ ਹੈ, ਹੁਕਮ ਤੋਂ ਬਾਹਰ ਕਦੇ ਸੁੱਖ ਨਹੀਂ ਮਿਲ ਸਕਦਾ। ਜੋ ਸੁੱਖ ਲੱਗਦਾ ਵੀ ਹੈ ਉਹ ਸੁੱਖ ਸਦਾ ਰਹਿੰਦਾ ਨਹੀਂ। ਅੱਜ ਕਿਸੇ ਦੀ ਬੜੀ ਚੱਲਦੀ ਹੈ, ਬੜੀ ਸੋਭਾ ਹੈ, ਕੱਲ੍ਹ ਨੂੰ ਪਤਾ ਨਹੀਂ ਕੀ ਹੋ ਜਾਣਾ। ਅੱਜ ਕਿਸੇ ਦੀ ਕੋਈ ਗੱਲ ਨਹੀਂ ਮੰਨਦਾ, ਕੱਲ੍ਹ ਨੂੰ ਪਤਾ ਨਹੀਂ ਉਹਦਾ ਕਿੱਥੇ ਆਰਡਰ ਚੱਲਣਾ ਹੈ। ਇਹ ਪਰਮੇਸ਼ਰ ਦੀ ਵਡਿਆਈ ਹੈ। ਕਦੇ ਮਾਣ ਹੰਕਾਰ ਕਰਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਸਿਆਣਿਆਂ ਦਾ ਕਥਨ ਹੈ, ਦਿਲ ਦਰਵਾਜ਼ਾ ਰੱਬ ਦਾ, ਇਸ ਨੂੰ ਕਦੇ ਨਾ ਢਾਹ, ਔਖਾ ਮੁੜ ਕੇ ਬਣੇਗਾ ਫਿਰ ਲੰਘਣਾ ਕਿਹੜੇ ਰਾਹ। ਕਿਸੇ ਦਾ ਦਿਲ ਢਾਹ ਦੇਣਾ, ਕਹਿੰਦੇ ਆਪਣਾ ਰਾਹ ਰੋਕ ਲੈਣਾ, ਇਹਦੇ ਬਰਾਬਰ ਹੈ। ਕੋਈ ਅੱਗੇ ਤਰੱਕੀ ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਕਥਨ ਕਰਦੇ ਹਨ, ਉਹਦੇ ਗਾੜੀ ਬੇਨਤੀ ਕਰੀਏ, ਮਹਾਰਾਜ ਸਾਡੇ ਵੱਸ ਨਹੀਂ, ਤੂੰ ਰਹਿਮਤ ਕਰ। ਆਪੇ ਮੀਰਾ ਬਖਸ਼ ਲੈ ਵੱਡੀ ਵਡਿਆਈ, ਉਹ ਪਾਤਸ਼ਾਹ ਪਰਮੇਸ਼ਰ ਆਪ ਹੀ ਉਸ ਨੂੰ ਵੱਡੀ ਵਡਿਆਈ ਦੇ ਕੇ ਬਖਸ਼ ਲੈਂਦਾ ਹੈ। ਜਿਹੜਾ ਉਹਦੇ ਗਾੜੀ ਬੇਨਤੀ ਕਰਦਾ ਰਹਿੰਦਾ, ਇੱਕ ਦਿਨ ਉਹ ਸੁਣ ਲੈਂਦਾ ਹੈ। ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਏ, ਗੁਰਾਂ ਨੇ ਸ਼ਬਦ ਦੇ ਕੇ ਇਹ ਗੱਲ ਸਮਝਾਈ ਹੈ, ਸਿੱਖਿਆ ਦਿੱਤੀ ਕਿ ਭਾਈ ਉਹ ਪ੍ਰਭੂ ਆਪ ਸੱਚਾ ਹੈ ਅਤੇ ਉਸ ਦਾ ਸਾਰਾ ਕਰਤੱਵ ਜੋ ਵੀ ਕਰਦਾ ਉਹ ਸੱਚਾ ਹੈ। ਉਹਦੇ 'ਤੇ ਕਦੇ ਸ਼ੱਕ ਨਾ ਕਰੋ ਕਿ ਪਰਮੇਸ਼ਰ ਨੇ ਆਹ ਕਿਉਂ ਕੀਤਾ, ਆਹ ਨਹੀਂ ਸੀ ਹੋਣਾ ਚਾਹੀਦਾ। ਅਸੀਂ ਆਪਣੇ ਸਵਾਰਥਾਂ ਵਾਸਤੇ ਇੱਕਦਮ ਕਹਿ ਦਿੰਦੇ ਆਹ ਕਿਉਂ ਹੋਇਆ, ਐਵੇਂ ਹੋਵੇ, ਪਰ ਜੋ ਪਰਮੇਸ਼ਰ ਜਾਣਦਾ ਹੈ, ਉਹਨੂੰ ਚੰਗਾ ਲੱਗਦਾ ਹੈ, ਉਹ ਕਰਦਾ ਹੈ। ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ, ਕਿਉਂਕਿ ਨਿਰਵੈਰ ਹੈ।
ਤੇਰੀ ਸੇਵਾ ਸੋ ਕਰੇ ਜਿਸਨੂੰ ਲੈ ਤੂੰ ਲਾਏ। ਹੇ ਪ੍ਰਭੂ, ਤੇਰੀ ਸੇਵਾ ਉਹ ਪੁਰਸ਼ ਕਰਦਾ ਹੈ ਜਿਸ ਨੂੰ ਤੂੰ ਸੇਵਾ ਵਿੱਚ ਲਗਾ ਲੈਂਦਾ ਹੈ। ਜਿਹਦੇ ਮਨ ਵਿੱਚ ਸ਼ਰਧਾ ਭਾਵਨਾ ਆ ਜਾਂਦੀ ਹੈ, ਸੇਵਾ ਵਿੱਚ ਉਹ ਜੁੜਦਾ ਹੈ। ਕਿਉਂਕਿ ਹੰਕਾਰੀ ਪੁਰਸ਼, ਦਲਿਦਰੀ ਪੁਰਸ਼ ਜਿਹੜਾ, ਉਹ ਚੰਗੇ ਥਾਂ ਸੇਵਾ ਨਹੀਂ ਕਰ ਸਕਦਾ। ਮਾੜੇ ਥਾਂ 'ਤੇ ਜਾ ਕੇ ਜਿੱਥੇ ਮਰਜ਼ੀ ਟੱਕਰਾਂ ਮਾਰੇ, ਪਰ ਸੱਚੇ ਪੂਰੇ ਦੀ ਗੁਰੂ ਦੀ ਸੇਵਾ ਜਿਹੜੀ ਹੈ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦੀ। ਅਤੇ ਜਿੰਨਾ ਚਿਰ ਪੂਰੇ ਗੁਰੂ ਦੀ ਸੇਵਾ ਨਹੀਂ ਹੁੰਦੀ, ਉਹਨਾਂ ਚਿਰ ਕਾਰਜ ਰਾਸ ਨਹੀਂ ਆਉਣਾ, ਅਸਲ ਗੱਲ ਬਣਦੀ ਨਹੀਂ। ਗੁਰੂ ਅਮਰਦਾਸ ਜੀ 'ਤੇ ਜਦੋਂ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ ਅਤੇ ਉਹਨਾਂ ਨੇ ਕਿਹਾ ਗੁਰੂ ਘਰ ਦੀ ਸੇਵਾ ਕਰੋ, ਕਿਉਂਕਿ ਪਹਿਲਾਂ ਮਹਾਰਾਜ ਨੇ ਵੇਖਿਆ ਕਿ ਸਾਡਾ ਕੁੜਮਾਚਾਰੀ ਦਾ ਰਿਸ਼ਤਾ ਹੈ, ਬੜਾ ਸਤਿਕਾਰ ਕਰਦੇ ਸਨ। ਅਤੇ ਗੁਰੂ ਅਮਰਦਾਸ ਜੀ ਉਦੋਂ ਗੁਰੂ ਨਹੀਂ ਬਣੇ, ਕਹਿਣ ਲੱਗੇ ਮਹਾਰਾਜ ਮੈਂ ਹੁਣ ਕੁੜਮ ਬਣ ਕੇ ਨਹੀਂ ਆਇਆ, ਮੈਂ ਸੇਵਕ ਬਣ ਕੇ ਆਇਆ ਹਾਂ, ਤੁਸੀਂ ਗੁਰੂ ਬਣ ਕੇ ਮੇਰੇ 'ਤੇ ਰਹਿਮਤ ਕਰੋ। ਉਹਨਾਂ ਕਿਹਾ ਫਿਰ ਗੁਰੂ ਘਰ ਦੀ ਸੇਵਾ ਕਰੋ। ਉਹਨਾਂ ਕਿਹਾ ਮਹਾਰਾਜ ਜੇ ਸੇਵਾ ਮੈਨੂੰ ਬਖਸ਼ਣੀ ਤਾਂ ਆਪਣੀ ਸੇਵਾ ਦਿਓ, ਕਿਉਂਕਿ ਸਭ ਤੋਂ ਵੱਡੀ ਗੁਰੂ ਦੀ ਸੇਵਾ ਹੈ। ਜੇ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਗੁਰੂ ਦੀ ਸੇਵਾ ਕਿਹੜੀ ਕਰੀਏ, ਕਿੱਥੇ ਕਰੀਏ, ਕਹਿੰਦੇ ਉਹਦਾ ਨਾਮ ਜਪਣ ਲੱਗ ਪਓ, ਇਹ ਵੀ ਸੇਵਾ ਹੈ। ਗੁਰੂ ਦਾ ਨਾਮ ਜਿਹੜਾ ਜਪਣਾ ਇਹ ਵੀ ਸੇਵਾ ਹੈ, ਸਭ ਤੋਂ ਵੱਡੀ ਭਗਤੀ ਨਾਮ ਦੀ ਹੈ। ਇਸ ਕਰਕੇ ਜਿਹਨੂੰ ਸੇਵਾ ਮਿਲਦੀ ਹੈ ਨਿਮਾਣਾ ਨਤਾਣਾ ਹੋ ਕੇ ਕਰੇ, ਹੰਕਾਰ ਨਾ ਹੋਵੇ, ਜਿੱਥੇ ਹੁਕਮ ਹੋਇਆ ਸਤ ਬਚਨ ਕਹਿ ਕੇ ਮੰਨ ਲਵੇ। ਉਹ ਦੂਜਿਆਂ 'ਤੇ ਕਰਾਉਣ ਵਾਸਤੇ ਤਾਂ ਕਈ ਤਿਉਹਾਰ ਹੁੰਦੇ, ਅੱਡ ਨਾਲ ਐਵੇਂ ਕਰੋ ਐਵੇਂ ਕਰੋ, ਪਰ ਜਿਹੜਾ ਸਤ ਬਚਨ ਕਹਿ ਕੇ ਕਹਿੰਦਾ ਮੈਂ ਹੀ ਇਹ ਪਹਿਲਾਂ ਕੰਮ ਕਰਾਂ, ਜਿਹੜਾ ਕਿਸੇ ਨੂੰ ਕਹਿਣਾ ਉਹ ਕੋਈ ਵਿਰਲਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਮਹਾਰਾਜ ਜਿਹਦੇ ਤੂੰ ਕਿਰਪਾ ਕਰਦਾ ਹੈ, ਜਿਹਦਾ ਮਨ ਇਹਦੇ ਵਿੱਚ ਜੁੜ ਜਾਂਦਾ ਹੈ, ਉਹ ਤੇਰੀ ਸੇਵਾ ਵਿੱਚ ਆ ਕੇ ਖੁਸ਼ ਹੁੰਦਾ ਹੈ ਅਤੇ ਲਾਹਾ ਪ੍ਰਾਪਤ ਕਰ ਲੈਂਦਾ ਹੈ। ਬਿਨ ਸੇਵਾ ਕਿਨੇ ਨ ਪਾਇਆ, ਦੂਜੇ ਪਰਮ ਖੁਆਏ। ਸੇਵਾ ਕੀਤੇ ਤੋਂ ਬਿਨਾਂ ਆਪ ਜੀ ਨੂੰ ਕਿਸੇ ਨੇ ਨਹੀਂ ਪਾਇਆ। ਸਾਰੀ ਦੁਨੀਆ ਦਵੈਤ ਭਾਵ ਦੇ ਭਰਮ ਵਿੱਚ ਭੁੱਲੀ ਹੋਈ ਹੈ। ਜਿੰਨਾ ਚਿਰ ਭਰਮ ਭੁਲੇਖਾ ਨਹੀਂ ਨਿਕਲਦਾ ਅਸਲ ਗੁਰੂ ਕਿਹੜਾ ਹੈ ਅਤੇ ਕਿਵੇਂ ਉਹਦੀ ਗੱਲ ਮੰਨਣੀ ਹੈ, ਉਹਨਾਂ ਚਿਰ 84 ਦਾ ਚੱਕਰ ਮੁੱਕਣਾ ਨਹੀਂ। ਜਿਹਦੇ ਮਨ 'ਚੋਂ ਭੁਲੇਖਾ ਨਿਕਲ ਗਿਆ ਉਹ ਸਮਝੋ ਉਹ ਰੱਬ ਦਾ ਰੂਪ ਬਣ ਗਿਆ। ਸੋ ਕਿਉਂ ਮਨੋ ਵਸਾਰੀਐ, ਨਿਤ ਦੇਵੈ ਚੜ੍ਹੈ ਸਵਾਇਆ। ਉਸ ਨੂੰ ਮਨ ਵਿੱਚੋਂ ਕਿਉਂ ਭੁਲਾਣਾ ਕਰੀਏ ਜੋ ਨਿਤ ਹੀ ਦਾਤਾਂ ਦਿੰਦਾ ਹੈ ਅਤੇ ਸਵਾਇਆ ਤੋਂ ਸਵਾਇਆ ਚੜ੍ਹਦਾ ਹੈ। ਕਿਸੇ ਪਦਾਰਥ ਦਾ ਘਾਟਾ ਨਹੀਂ ਆਉਂਦਾ ਜਿਹਨੂੰ ਉਹ ਬਖਸ਼ ਲੈਂਦਾ ਹੈ। ਕਿਉਂਕਿ ਆਮ ਲੋਕ ਕਹਿ ਦਿੰਦੇ ਜੀ ਰੱਬ ਨੂੰ ਮੰਨਿਆ ਬੜੀਆਂ ਮੁਸ਼ਕਿਲਾਂ ਆਉਂਦੀਆਂ, ਸਾਡੇ ਕੋਲ ਮੰਨਣ ਦੀ ਯੋਗਤਾ ਨਹੀਂ, ਸਾਨੂੰ ਜਾਂਚ ਨਹੀਂ। ਜਿਨ੍ਹਾਂ ਮੰਨ ਕੇ ਵੇਖਿਆ ਹੈ ਉਹ ਆਪ ਦਾਤੇ ਬਣ ਕੇ ਦੂਜਿਆਂ ਨੂੰ ਪਦਾਰਥ ਵੰਡਦੇ ਹਨ, ਪਰਮੇਸ਼ਰ ਦੀਆਂ ਦਾਤਾਂ ਸਮਝ ਕੇ ਅੱਗੇ ਭਲਾ ਕਰਦੇ ਹਨ ਜੀਵਾਂ ਦਾ। ਉਹਨਾਂ ਨੂੰ ਕਿਸੇ ਪਦਾਰਥ ਦੀ ਤੋੜ ਨਹੀਂ ਆਉਂਦੀ। ਇਸ ਕਰਕੇ ਗੁਰੂ ਕੀ ਸਾਧ ਸੰਗਤ ਕੋਈ ਐਵੇਂ ਝੂਠੀ ਸੋਭਾ ਨਹੀਂ, ਪ੍ਰਤੱਖ ਆਪਣੇ ਨਗਰ ਦੇ ਵਿੱਚ ਵੇਖ ਲਈਏ। ਜਿਵੇਂ ਭਾਈ ਸੇਲ ਸਿੰਘ ਜੀ ਜਿਹਨੂੰ ਅੱਜ ਆਪਾਂ ਬਾਬਾ ਜੀ ਕਹਿ ਕੇ ਪੁਕਾਰਦੇ ਹਾਂ, ਵੇਖੋ ਇਹ ਗੁਰੂ ਦੀ ਸੇਵਾ, ਮਹਾਂਪੁਰਖਾਂ ਦੀ ਸੇਵਾ ਹੈ ਅਤੇ ਉਹਦਾ ਜੀਵਨ ਜਿਹੜਾ ਹੈ ਉਸੇ ਨੂੰ ਅੱਜ ਬਾਬਾ ਜੀ ਕਹਿ ਕੇ ਸਤਿਕਾਰ ਨਾਲ ਕਿਉਂ ਕੁਆਇਆ ਜਾਂਦਾ, ਬੁਲਾਇਆ ਜਾਂਦਾ ਹੈ ਕਿ ਉਹ ਗੁਰੂ ਦੀ ਸੇਵਾ ਵਿੱਚ ਰਾਤ ਦਿਨੇ ਹਾਜ਼ਰੀ ਭਰਦੇ ਹਨ। ਸਿਆਣੇ ਕਹਿੰਦੇ ਜਿਹੜਾ ਗੁਰੂ ਘਰ ਝਾੜੂ ਹੀ ਫੇਰਨ ਵਾਲਾ ਹੈ ਪ੍ਰੇਮ ਕਰਕੇ, ਉਹਦੇ ਕੋਲ ਬੜੀ ਤਾਕਤ ਆ ਜਾਂਦੀ ਜੇ ਸੇਵਕ ਬਣ ਕੇ ਰਹੇ, ਹੰਕਾਰ ਨਾ ਹੋਵੇ, ਪਰਮੇਸ਼ਰ ਕਿਰਪਾ ਰੱਖੇ, ਉਹਦੇ ਕੋਲ ਕਿਸੇ ਗੱਲ ਦੀ ਤੋਟ ਨਹੀਂ ਆਉਂਦੀ। ਪਰਮੇਸ਼ਰ ਹਰ ਤਰ੍ਹਾਂ ਬਖਸ਼ ਲੈਂਦਾ, ਪਰ ਸਾਨੂੰ ਸੇਵਕ ਬਣਨ ਦੀ ਜਾਚ ਨਹੀਂ ਆਉਂਦੀ। ਉਹਦੇ ਗਾੜੀ ਬੇਨਤੀ ਕਰੀਏ ਮਹਾਰਾਜ ਕਿਰਪਾ ਕਰ, ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੇ। ਜਿਉ ਪਿੰਡ ਸਭ ਤਿਸ ਦਾ, ਸਾਤ ਨੈ ਵਿੱਚ ਪਾਇਆ। ਜਿਉ ਪਿੰਡ ਤੋਂ ਭਾਵ ਸਰੀਰ ਆਦਿਕ ਜੋ ਪ੍ਰਾਣ ਸਭ ਕੁਝ ਉਸੇ ਦਾ ਦਿੱਤਾ ਹੋਇਆ ਹੈ, ਉਸੇ ਨੇ ਸਰੀਰ ਦੇ ਵਿੱਚ ਸਵਾਸਾਂ ਨੂੰ ਪਾਣਾ ਕੀਤਾ ਹੈ। ਇਹਨਾਂ ਸਾਰੀਆਂ ਅਵਸਥਾ ਵੱਡੀਆਂ ਜਿਹੜੀਆਂ ਹਨ, ਪ੍ਰਾਣ ਅਤੇ ਸਰੀਰ ਸਭ ਤੋਂ ਵੱਡੀ ਦਾਤ ਹੈ, ਇਹ ਉਹ ਮਾਲਕ ਦੀ ਬਖਸ਼ੀ ਹੈ। ਜਾਂ ਕਿਰਪਾ ਕਰੇ ਤਾਂ ਸੇਵੀਐ, ਸੇਵ ਸੱਚ ਸਮਾਇਆ। ਜਾਂ ਮਿਹਰ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਕਰੇ ਤਾਂ ਉਸ ਦੀ ਸੇਵਾ ਕਰੀਦੀ ਹੈ। ਜਦੋਂ ਉਹਦੀ ਸੇਵਾ ਮਿਲੇ ਸਮਝੋ ਅੱਜ ਪਰਮੇਸ਼ਰ ਸਾਡੇ 'ਤੇ ਮਿਹਰ ਦੀ ਨਜ਼ਰ ਨਾਲ ਵੇਖ ਰਿਹਾ ਹੈ ਅਤੇ ਸੇਵਾ ਕਰਨ ਵਾਲਾ ਸੱਚ ਵਿੱਚ ਸਮਾਇਆ ਹੈ। ਲਾਲਾ ਸੋ ਜੀਵਤ ਮਰੈ, ਮਰ ਵਿੱਚੋਂ ਆਪ ਗਵਾਏ।
ਅਸਲ ਦਾਸ ਅਸਲ ਲਾਲਾ ਉਹ ਹੈ ਜੋ ਜੀਵਤ ਭਾਅ ਤੋਂ ਮਰਦਾ, ਜਿਹਦੇ ਅੰਦਰੋਂ ਮੈਂ ਸਾਰੀ ਚਲੀ ਗਈ। ਅਤੇ ਜੀਵਤ ਭਾਅ ਤੋਂ ਮਰਨੇ ਦਾ ਹੰਕਾਰ ਵੀ ਹਿਰਦੇ ਵਿੱਚੋਂ ਗਵਾ ਦਿੰਦਾ ਹੈ। ਹੰਕਾਰ ਗਵਾ ਕੇ ਵੀ ਇਹਦਾ ਹੰਕਾਰ ਨਹੀਂ ਕਰਦਾ ਕਿ ਮੈਂ ਛੱਡੀ ਹੈ। ਜਿਹੜਾ ਕਹਿਣਾ ਮੈਂ ਛੱਡ ਦਿੱਤੀ ਇਹ ਵੀ ਹੰਕਾਰ ਹੈ। ਦਾਸ ਦਾਸ ਕਹਿ ਕੇ ਆਪਣੇ ਆਪ ਨੂੰ ਵਡਿਆਈ ਜਾਣਾ, ਦਾਸ ਨੇ ਆਹ ਕੀਤਾ ਆਹ ਕੀਤਾ, ਉਹ ਸਮਝੋ ਦਾਸ ਬਣ ਕੇ ਵੀ ਹੰਕਾਰ ਵਿਖਾ ਰਿਹਾ ਹੈ। ਅੰਦਰੋਂ ਉਹ ਜਿਹੜੀ ਭਾਵਨਾ ਹੰਕਾਰ ਵਾਲੀ ਨਹੀਂ ਹੋਣੀ ਚਾਹੀਦੀ। ਬੰਧਨ ਟੂਟੇ ਮੁਕਤ ਹੋਏ, ਤ੍ਰਿਸ਼ਨਾ ਅਗਨ ਬੁਝਾਏ। ਫਿਰ ਜਿਹੜੀਆਂ ਮਨ ਦੀਆਂ ਸਾਡੀਆਂ ਲੋੜਾਂ ਹਨ, ਪਦਾਰਥਾਂ ਦੀਆਂ ਘਾਟਾਂ ਜਾਪਦੀਆਂ, ਇਹ ਨਹੀਂ ਰਹਿੰਦੀਆਂ। ਪਦਾਰਥਾਂ ਦੀ ਤ੍ਰਿਸ਼ਨਾ ਰੂਪ ਅੱਗ ਦੇ ਬੁਝਾਉਣ ਕਰਕੇ ਉਸ ਦੇ ਸੰਸਾਰਕ ਬੰਧਨ ਸਾਰੇ ਟੁੱਟ ਜਾਂਦੇ ਹਨ ਅਤੇ ਉਹ ਮੁਕਤ ਰੂਪ ਹੋ ਜਾਂਦਾ ਹੈ। ਉਹ ਚਾਹੇ ਜਿੱਥੇ ਮਰਜ਼ੀ ਚਲਿਆ ਜਾਵੇ, ਉਹਨੂੰ ਕੋਈ ਰੋਕ ਨਹੀਂ ਸਕਦਾ। ਉਹ ਆਪਣੀ ਮਰਜ਼ੀ ਉਹਦੀ ਹੋਵੇ ਤੇ ਪਰ ਜਿਹੜਾ ਪਰਮੇਸ਼ਰ ਦਾ ਹੋ ਗਿਆ, ਸਾਰੀ ਦੁਨੀਆ ਦਾ ਹੋ ਗਿਆ। ਜਿਹੜਾ ਇੱਕ ਦਾ ਨਹੀਂ ਹੁੰਦਾ, ਉਹ ਕਦੇ ਵੀ ਸੁੱਖ ਨਹੀਂ ਉਹਨੂੰ ਪ੍ਰਾਪਤ ਹੁੰਦਾ। ਪਤਾ ਨਹੀਂ ਕਿੱਥੇ ਮੁਸ਼ਕਿਲ ਬਣ ਜਾਣੀ, ਕਿੱਥੇ ਰੋਗ ਪੈ ਜਾਣੀ। ਮਹਾਰਾਜ ਕਥਨ ਕਰਦੇ, ਜਿਹਦੇ ਕੋਲ ਸੱਚਾ ਨਿਸ਼ਾਨ ਹੈ ਅਤੇ ਸੱਚੀ ਸ਼ਰਧਾ ਹੈ, ਕਿਤੇ ਵੀ ਚਲਿਆ ਜਾਵੇ ਇਹਨੂੰ ਕੋਈ ਰਾਹ ਵਿੱਚ ਰੋਕੇਗਾ ਨਹੀਂ। ਹਰ ਕੋਈ ਸਲਾਮ ਕਰਕੇ ਅੱਗੇ ਲੰਘੇਗਾ, ਉਹਦਾ ਸਤਿਕਾਰ ਹੋਵੇਗਾ, ਰੋਕਣ ਦੀ ਜਗ੍ਹਾ ਉਹਦਾ ਮਾਣ ਵਧੇਗਾ। ਅਸਲ ਉਹ ਪਰਮੇਸ਼ਰ ਦਾ ਪਿਆਰਾ ਮੰਨਿਆ ਜਾਂਦਾ ਹੈ, ਜਿੱਥੇ ਮਰਜ਼ੀ ਚਲਿਆ ਜਾਵੇ। ਸਭ ਮੈਂ ਨਾਮ ਨਿਧਾਨ ਹੈ, ਗੁਰਮੁਖ ਕੋ ਪਾਏ। ਕਹਿੰਦੇ ਹੁਣ ਕੋਈ ਇਹ ਨਾ ਕਰੇ ਮੈਂ ਨਹੀਂ ਇਹਨੇ ਜੋਗਾ। ਕਹਿੰਦੇ ਹੋਰ ਕੰਮਾਂ ਵਾਸਤੇ ਕਿੰਨਾ ਯਤਨ ਕਰੀਦਾ, ਇੱਧਰ ਅਸੀਂ ਢੇਰੀ ਢਾ ਲੈਨੇ ਜੀ, ਅਸੀਂ ਇਹਨੇ ਜੋਗੇ ਨਹੀਂ। ਸਾਰਿਆਂ ਦੇ ਵਿੱਚ ਨਾਮ ਰੂਪ ਖਜ਼ਾਨਾ ਹੈ ਸਾਰਿਆਂ ਦੇ ਅੰਦਰ, ਪਰ ਗੁਰਾਂ ਦੁਆਰੇ ਕੋਈ ਵਿਰਲਾ ਹੀ ਗੁਰਮੁਖ ਪਾਉਂਦਾ ਹੈ। ਉਹ ਖਜ਼ਾਨੇ ਨੂੰ ਖਾਂਦਾ ਹੈ, ਜਿਹਨੂੰ ਗੁਰੂ ਨੇ ਉਹ ਖਜ਼ਾਨੇ ਦਾ ਅਸਲ ਪਤਾ ਦੱਸ ਦਿੱਤਾ। ਲਾਲੇ ਵਿੱਚ ਗੁਣ ਕਿਛ ਨਹੀਂ, ਲਾਲਾ ਅਵਗਣ ਯਾਰ। ਕਹਿੰਦੇ ਦਾਸ ਵਿੱਚ ਤਾਂ ਕੁਝ ਵੀ ਗੁਣ ਨਹੀਂ ਹੈ, ਸਗੋਂ ਦਾਸ ਤਾਂ ਔਗਣਾ ਵਾਲਾ ਹੈ। ਉਹ ਪਰਮੇਸ਼ਰ ਪਰਉਪਕਾਰੀ ਜਿਹੜਾ ਔਗਣ ਵਾਲਿਆਂ ਨੂੰ ਵੀ ਬਖਸ਼ ਲੈਂਦਾ ਹੈ ਅਤੇ ਗੁਣਾਂ ਵਾਲਾ ਕਰ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਇਸ ਕਰਕੇ ਇਹ ਉਹਦੀ ਰਹਿਮਤ ਹੈ। ਤੁਧ ਜੇ ਵੱਡ ਦਾਤਾ ਕੋ ਨਹੀਂ, ਤੂੰ ਬਖਸ਼ਣਹਾਰ। ਹੇ ਪ੍ਰਭੂ, ਆਪ ਜੀ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ, ਤੇਰੇ ਵਰਗਾ ਤੂੰ ਹੀ ਹੈ, ਤੇਰੇ ਵਰ ਜਿੱਡਾ ਹੋਰ ਕੋਈ ਨਹੀਂ ਹੈ। ਤੂੰ ਹੀ ਦਾਸਾਂ ਦੇ ਔਗਣਾਂ ਦੇ ਬਖਸ਼ਣ ਵਾਲਾ ਹੈ। ਔਗਣਾਂ ਦੇ ਬਖਸ਼ਣੇ ਵਾਲਾ ਇੱਕ ਤੂੰ ਹੈ। ਅਸੀਂ ਤਾਂ ਇੱਕ ਦੂਜੇ ਦੇ ਔਗਣ ਵੇਖਦੇ ਹਾਂ, ਅਤੇ ਤੂੰ ਔਗਣ ਜਾਣਦਾ ਹੋਇਆ ਵੀ ਕਿਸੇ ਦੀ ਰੋਟੀ ਬੰਦ ਨਹੀਂ ਕਰਦਾ। ਪਾਪੀ ਨੂੰ ਵੀ ਦੇ ਰਿਹਾ ਹੈ ਅਤੇ ਧਰਮੀ ਨੂੰ ਵੀ ਦੇ ਰਿਹਾ ਹੈ। ਤੇਰੀ ਵਡਿਆਈ ਹੈ। ਤੇਰਾ ਹੁਕਮ ਲਾਲਾ ਮਨੇ, ਇਹ ਕਰਨੀ ਸਾਰ। ਜੋ ਦਾਸ ਤੇਰਾ ਹੁਕਮ ਮੰਨਦਾ ਹੈ, ਉਸ ਲਈ ਇਹੋ ਕਰਨੀ ਸਭ ਤੋਂ ਵੱਡੀ ਹੈ, ਸ੍ਰੇਸ਼ਟ ਹੈ ਕਿ ਉਹਦਾ ਹੁਕਮ ਮੰਨਣਾ। ਜੋ ਹੁਕਮ ਹੋਇਆ ਉਹਦੇ ਅਨੁਸਾਰ ਚੱਲਣਾ, ਹੁਕਮ ਤੋਂ ਬਾਹਰ ਨਹੀਂ ਆਉਣਾ। ਫਿਰ ਵੀ ਬੇਨਤੀ ਕਰਨੀ ਹੁਕਮ ਵਿੱਚ ਰਹਿ ਕੇ, ਮਹਾਰਾਜ ਬਾਦ ਘਾਟ ਤੋਂ ਬਚਾ ਕੇ ਰੱਖੀ। ਫਿਰ ਗੁਰ ਸਾਗਰ ਅੰਮ੍ਰਿਤ ਸਰ, ਜੋ ਇੱਛੈ ਸੋ ਫਲ ਪਾਏ। ਸੰਸਾਰ ਸਾਗਰ ਵਿੱਚ ਗੁਰੂ ਨਾਮ ਅੰਮ੍ਰਿਤ ਦਾ ਸਰੋਵਰ ਹਨ। ਸਿੱਖ ਜੋ ਵੀ ਇੱਛਾ ਕਰਦਾ ਹੈ ਉਹੀ ਫਲ ਪਾਉਂਦਾ ਹੈ, ਕਿਉਂਕਿ ਸੰਸਾਰ ਨੂੰ ਸਮੁੰਦਰ ਕਿਹਾ ਹੈ ਅਤੇ ਵਿੱਚ ਜਿਹੜਾ ਅੰਮ੍ਰਿਤ ਦਾ ਸਰੋਵਰ ਹੈ, ਇਹ ਗੁਰੂ ਦੀ ਕਿਰਪਾ ਅਤੇ ਗੁਰੂ ਦਾ ਨਾਮ ਅਤੇ ਗੁਰੂ ਦੀ ਸ਼ਕਤੀ। ਜੋ ਵੀ ਸਿੱਖ ਚਾਹੇ ਉਹ ਵਰਤ ਲੈਂਦਾ ਹੈ, ਉਹਦੇ ਕੋਲ ਹਰ ਚੀਜ਼ ਉਹਦੇ ਅੰਦਰ ਉਹਨੇ ਬਖਸ਼ ਦਿੱਤਾ ਹੈ ਖਜ਼ਾਨਾ। ਪੰਨਾ 1012 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਦੀ ਵਿਚਾਰ ਦੀਆਂ ਇਸ ਸ਼ਬਦ ਦੀਆਂ ਜੋ ਸਮਾਪਤੀ ਵਾਲੀਆਂ ਤੁਕਾਂ ਮਹਾਰਾਜ ਬਖਸ਼ ਰਹੇ ਹਨ। ਇੱਥੇ ਵਿਸਰਾਮਤਾ। ਇਹਨਾਂ ਤੁਕਾਂ ਤੋਂ ਬਾਅਦ ਸਤਿਗੁਰੂ ਜੀ ਬਖਸ਼ਣਗੇ। ਨਾਮ ਪਦਾਰਥ ਅਮਰ ਹੈ, ਹਿਰਦੇ ਮਨ ਵਸਾਏ। ਕਹਿੰਦੇ ਪਰ ਪ੍ਰਭੂ ਦਾ ਨਾਮ ਅਮਰ ਕਰਨ ਵਾਲਾ ਹੈ। ਜਿਹਨੇ ਪਰਮੇਸ਼ਰ ਦਾ ਨਾਮ ਜਪ ਲਿਆ ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਖਤਮ ਕੀਤਿਆਂ ਵੀ ਖਤਮ ਨਹੀਂ ਹੁੰਦਾ, ਸਦਾ ਅਮਰ ਹੈ। ਜਿਵੇਂ ਮਹਾਂਪੁਰਖਾਂ ਨੂੰ ਅਮਰ ਸ਼ਹੀਦ ਕਿਹਾ ਜਾਂਦਾ, ਇਸੇ ਕਰਕੇ ਕਿ ਉਹ ਅਜੇ ਵੀ ਜਿਉਂਦੇ ਹਨ, ਕਿਤੇ ਗਏ ਨਹੀਂ। ਇਹ ਸਾਡੀ ਭਾਵਨਾ ਅਨੁਸਾਰ ਸਾਨੂੰ ਦਰਸ਼ਨ ਹੁੰਦੇ ਹਨ। ਜੇ ਭਾਵਨਾ ਬਣੇ, ਨਹੀਂ ਤਾਂ ਅਸੀਂ ਤਾਂ ਰੱਬ ਨੂੰ ਵੀ ਕਹਿੰਦੇ, ਰੱਬ ਕਿਹੜਾ ਕਿਸੇ ਵੇਖਿਆ ਹੈ। ਜਿਹੜਾ ਸਿੱਖ ਮੰਨਣ ਕਰਕੇ ਹਿਰਦੇ ਵਿੱਚ ਵਸਾਉਂਦਾ ਹੈ ਉਹ ਮੁਕਤ ਹੁੰਦਾ ਹੈ। ਪਹਿਲਾਂ ਨੇ ਸੁਣਿਆ, ਸੁਣ ਕੇ ਮੰਨ ਲਿਆ
ਉਹਦੇ ਅਨੁਸਾਰ ਜੀਵਨ ਢਾਲਣਾ ਕੀਤਾ ਤੇ ਇਹਨੂੰ ਹਰ ਥਾਂ 'ਤੇ ਹਰ ਵਸਤੂ ਜਿਹੜੀ ਪ੍ਰਾਪਤ ਹੋ ਜਾਂਦੀ ਹੈ। ਜੋ ਗੁਰਮਤਿ ਅਨੁਸਾਰ ਵਰਤਣ ਦੀ ਆਗਿਆ ਹੈ। ਗੁਰ ਸੇਵਾ ਸਦਾ ਸੁਖ ਹੈ, ਜਿਸਨੂੰ ਹੁਕਮ ਮਨਾਏ। ਕਹਿੰਦੇ ਭਾਈ ਪੂਰੇ ਸੱਚੇ ਗੁਰਾਂ ਦੀ ਸੇਵਾ ਕਰਕੇ ਤੇ ਸਦਾ ਨਿਤ ਸੁਖ ਪ੍ਰਾਪਤ ਹੁੰਦਾ ਹੈ। ਇਹ ਨਹੀਂ ਕਿ ਅੱਜ ਸੁੱਖ ਹੈ ਕੱਲ੍ਹ ਨੂੰ ਦੁੱਖ ਮਿਲ ਗਿਆ। ਉਹਦੀ ਅਵਸਥਾ ਸਦਾ ਹੀ ਫਿਰ ਸੁੱਖ ਵਿੱਚ ਰਹਿੰਦੀ ਹੈ, ਭਾਵੇਂ ਕਿਸੇ ਤਰ੍ਹਾਂ ਦਾ ਸਮਾਂ ਆ ਜਾਵੇ। ਜਿਹਨੇ ਆਪਣੀ ਗੁਰੂ ਕਦੀ ਸੇਵਾ ਕਰਕੇ ਲਾਹ ਪ੍ਰਾਪਤ ਕੀਤਾ, ਪਰ ਗੁਰ ਸੇਵਾ ਨੂੰ ਉਹੀ ਪੁਰਸ਼ ਕਰਦਾ ਹੈ ਜਿਸ ਨੂੰ ਗੁਰਾਂ ਦਾ ਹੁਕਮ ਮਨਾਉਂਦਾ ਹੈ। ਸਮਝੋ ਜਿਹਨੇ ਹਰ ਬਚਨ ਗੁਰੂ ਦਾ ਸਤ ਕਰਕੇ ਮੰਨ ਲਿਆ, ਉਹ ਗੁਰੂ ਦੀ ਸੇਵਾ ਵੀ ਕਰੇਗਾ ਤੇ ਹਰ ਤਰ੍ਹਾਂ ਦੀ ਉਹਨੂੰ ਵਸਤੂ ਵੀ ਪ੍ਰਾਪਤ ਹੋ ਜਾਵੇਗੀ। ਤੇ ਜਿਹੜੇ ਮਨੁੱਖ ਪਦਾਰਥ ਚਾਹੁੰਦਾ ਹੈ ਸਦਾ ਰਹਿਣ ਵਾਲੇ ਨਹੀਂ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਕੋਈ ਭਰੋਸਾ ਨਹੀਂ, ਉਹਦਾ ਕਾਹਦਾ ਮਾਣ ਹੈ। ਸੋਇਨਾ ਰੂਪਾ ਸਭ ਧਾਤ ਹੈ, ਮਾਟੀ ਰਲ ਜਾਏ। ਸੋਨਾ ਚਾਂਦੀ ਆਦਿਕ ਜੋ ਵੀ ਧਾਤ ਹੈ, ਇਹ ਸਭ ਮਿੱਟੀ ਵਿੱਚ ਰਲ ਜਾਣ ਵਾਲੀ ਹੈ। ਮਿੱਟੀ ਵਿੱਚੋਂ ਨਿਕਲੇ ਤੇ ਮਿੱਟੀ ਵਿੱਚ ਇੱਕ ਦਿਨ ਰਲ ਜਾਣੀ ਹੈ। ਇਹ ਸਭ ਮਿੱਟੀ ਰੂਪ ਹੈ ਰੱਬ ਦੇ ਪਿਆਰਿਆਂ ਦੇ ਨਿਗਾਹ ਵਿੱਚ। ਕਿਉਂਕਿ ਨਾਵੇਂ ਪਾਤਸ਼ਾਹ ਜੀ ਨੇ ਮੁਕਤ ਅਨਸਾਨ ਦੀਆਂ 4 ਸ਼ਰਤਾਂ ਦੱਸੀਆਂ ਹਨ। 2 ਸ਼ਲੋਕਾਂ ਵਿੱਚ ਇਹ ਸ਼ਬਦ ਆਉਂਦਾ ਹੈ, ਉਸਤਤ ਨਿੰਦਿਆ ਨਾਹੇ ਜੇ ਕੰਚਨ ਰੂਪ ਸਮਾਨ, ਕਹੋ ਨਾਨਕ ਸੋ ਨਰੇ ਮਨਾ ਮੁਕਤ ਤਾਹੇ ਤੈ ਜਾਨ। ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੋ ਨਰੇ ਮਨਾ ਮੁਕਤ ਤਾਹੇ ਤੈ ਜਾਨ। ਜਿਹੜਾ ਹਰਖ ਸੋਗ ਤੋਂ ਇੱਕੋ ਜਿਹਾ ਰਹਿੰਦਾ ਹੈ, ਮਨ ਵਿੱਚ ਵਿਚਾਰ ਜਿਹਦੇ ਰਹਿੰਦੀ ਹੈ, ਜਿਹੜਾ ਲੋਹੇ ਨੂੰ ਤੇ ਸੋਨੇ ਨੂੰ ਇੱਕ ਬਰਾਬਰ ਜਾਣਦਾ ਹੈ, ਤੇ ਉਹ ਇਹ ਨਹੀਂ ਕਹੇਗਾ ਮੈਂ ਗੁਰੂ ਦਾ ਕੜਾ ਭਾਵੇਂ ਨਾ ਪਾਵਾਂ ਤੇ ਸੋਨੇ ਦਾ ਕੜਾ ਭਾਵੇਂ ਥੋੜ੍ਹੇ ਸਮੇਂ ਵਾਸਤੇ ਕੋਈ ਦਿਨ ਦਿਹਾੜ ਲੋਕਾਂ ਨੂੰ ਪਾ ਕੇ ਵਿਖਾਉਂਦਾ, ਤੇ ਜਿਹੜੀ ਗੁਰੂ ਦੀ ਦਾਤ ਬਖਸ਼ੀ ਹੈ ਉਹ ਪਾਉਣ ਤੋਂ ਸੰਕੋਚ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਭਾਈ ਇਹ ਸਭ ਪਦਾਰਥ ਜਿਹਨੂੰ ਚੰਗੇ ਸਮਝ ਕੇ ਮੰਗਦਾ ਹੈ ਸਦਾ ਰਹਿਣ ਵਾਲੇ ਨਹੀਂ। ਤੇ ਜੇ ਤੂੰ ਉਹਨੂੰ ਮਾਲਕ ਨੂੰ ਮੰਗ ਲਵੇਂ ਤੇ ਤੇਰੇ ਕੋਲ ਸਦਾ ਹੀ ਸੁੱਖ ਹੈ, ਕੋਈ ਉਦਾਸੀ ਨਹੀਂ ਹੋਵੇਗੀ। ਬਿਨ ਨਾਵੇਂ ਨਾਲ ਨ ਚੱਲੇ, ਸਤਿਗੁਰ ਬੂਝ ਬੁਝਾਈ। ਇਹ ਸਮਝ ਸਤਿਗੁਰਾਂ ਨੇ ਸਮਝਾਈ ਹੈ ਕਿ ਨਾਮ ਤੋਂ ਬਿਨਾ ਕੁਝ ਵੀ ਨਾਲ ਨਹੀਂ ਚੱਲਣਾ। ਕਿਉਂਕਿ ਸਤਿਗੁਰਾਂ ਨੇ ਇੱਥੋਂ ਤੱਕ ਕਿਹਾ ਹੈ, ਮੂਰਖ ਨਾਵੇਂ ਪਾਤਸ਼ਾਹ ਕਹਿੰਦੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਕਹਿੰਦੇ ਹੇ ਗਾਫਲ, ਹੇ ਮੂਰਖਾ, ਗੁਰੂ ਦੇ ਹੁਕਮ ਨੂੰ ਮੰਨ ਕੇ ਜਾਗਣਾ ਕਰ, ਤੂੰ ਸੁੱਤਾ ਹੋਇਆ ਹੈ। ਸੁੱਤਿਆਂ ਪਤਾ ਨਹੀਂ ਕਿੰਨੇ ਜਨਮ ਧਾਰੇ, ਕਈ ਵਾਰ ਜੰਮਿਆ ਕਈ ਵਾਰ ਮਰਿਆ, ਪਰ ਅਸਲ ਜਾਗ ਆਈ ਨਹੀਂ। ਜਿਹੜਾ ਗੁਰੂ ਨਾਲ ਜੁੜਨਾ ਸੀ ਤੂੰ ਜੁੜਿਆ ਨਹੀਂ। ਤਾਂ ਹੀ ਕਿਹਾ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਨੇ ਇਹ ਜਦੋਂ ਸਮਝ ਦੇ ਦਿੱਤੀ ਸਭ ਤੋਂ ਵੱਡੀ, ਕਿ ਜਿਹੜਾ ਇੱਕ ਦਾਤਾ ਸਾਰਿਆਂ ਦਾ ਕਦੇ ਭੁੱਲੇ ਨਾ। ਸੋ ਅੱਜ ਦੀ ਵਿਚਾਰ ਦੀ ਵਿਸਰਾਮਤਾ 'ਤੇ ਮਹਾਰਾਜ ਕਿਰਪਾ ਕਰਦੇ ਹਨ। ਨਾਨਕ ਨਾਮ ਰਤੇ ਸੇ ਨਿਰਮਲੇ, ਸਾਚੈ ਰਹਿ ਸਮਾਏ। ਨਾਨਕ ਨਾਮ ਰਤੇ ਸੇ ਨਿਰਮਲੇ, ਸਾਚੈ ਰਹਿ ਸਮਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਜੀ ਕਥਨ ਕਰਦੇ ਹਨ, ਜੋ ਨਾਮੀ ਪ੍ਰਮਾਤਮਾ ਦੇ ਨਾਮ ਵਿੱਚ ਰਤੇ ਹਨ, ਉਹ ਪਾਪਾਂ ਰੂਪੀ ਮੈਲ ਤੋਂ ਰਹਿਤ ਹਨ, ਉਹਨਾਂ ਨੂੰ ਨਿਰਮਲੇ ਕਿਹਾ ਜਾਂਦਾ ਹੈ। ਕਿਉਂਕਿ ਇਹ ਭਗਵੇਂ ਲੀੜੇ ਪਾ ਕੇ ਤੇ ਨਹੀਂ ਕਹਿ ਦੇਣਾ ਕਿ ਨਿਰਮਲ ਨਾਨਕ ਪੰਥ ਚਲਾਇਆ। ਨਿਰਮਲ ਉਹ ਹੈ ਜਿਹਦੇ ਮਨ 'ਚ ਕਿਤੇ ਵੀ ਰਤਾ ਜਿੰਨੀ ਕੋਈ ਮੈਲ ਨਹੀਂ, ਹੇਰਾ ਫੇਰੀ ਨਹੀਂ, ਵਲ ਛਲ ਨਹੀਂ। ਉਹ ਮਨ ਕਰਕੇ ਵੀ ਪਵਿੱਤਰ ਹੈ ਤੇ ਤਨ ਕਰਕੇ ਵੀ ਪਵਿੱਤਰ ਹੈ, ਬਚਨ ਕਰਕੇ ਵੀ ਪਵਿੱਤਰ ਹੈ। ਅਸਲ ਉਹ ਨਿਰਮਲਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸੇ ਬਚਨ ਨੂੰ, ਨਿਰਮਲੇ ਨੂੰ ਸਤਿਗੁਰਾਂ ਨੇ ਖਾਲਸਾ ਸ਼ਬਦ ਦਿੱਤਾ ਹੈ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਹੜੇ ਕਹਿੰਦੇ 10ਵੇਂ ਪਾਤਸ਼ਾਹ ਦੀ ਬਾਣੀ ਨਹੀਂ, ਤੋ ਇਸ ਬਚਨ ਨੂੰ ਕਿਵੇਂ ਝੂਠਾ ਕਰਨਗੇ। ਇਹ ਸਰਬਲੋਕ ਗ੍ਰੰਥ ਦਾ ਬਚਨ ਹੈ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਸ ਕਰਕੇ ਸਾਡੀ ਸਮਝ ਥੋੜ੍ਹੀ ਹੋਣ ਕਰਕੇ ਅਸੀਂ ਉਹਦੀ ਨਿੰਦਿਆ ਕਰਨ ਲੱਗ ਪੈਂਦੇ ਹਾਂ। ਪਤਾ ਸਾਨੂੰ ਕੋਈ ਬਾਣੀ ਦਾ ਹੁੰਦਾ ਨਹੀਂ।
ਤੇ ਵਿਦਵਾਨਾਂ ਨੇ ਦੱਸਿਆ ਹੈ, ਮਹਾਂਪੁਰਖਾਂ ਨੇ, ਕਿ ਭਾਈ 135 ਗ੍ਰੰਥ 10ਵੇਂ ਪਾਤਸ਼ਾਹ ਮਹਾਰਾਜ ਨੇ ਚਾਰੇ ਹਨ। ਚਾਰਨ ਕਰੋ ਸ੍ਰੀ ਵਾਹਿਗੁਰੂ। ਸਾਨੂੰ ਉਨੀ ਸਮਝ ਹੋਵੇ ਤਾਂ ਪਤਾ ਲੱਗੇ। ਇਸ ਕਰਕੇ ਜਿਹੜਾ ਖਾਲਸਾ ਜਿਹੜਾ ਬਣਨਾ ਚਾਹੁੰਦਾ ਹੈ ਭਾਈ, ਉਹ ਜਿੰਨਾ ਚਿਰ 10ਵੇਂ ਪਾਤਸ਼ਾਹ ਦੀ ਬਾਣੀ ਨਹੀਂ ਪੜ੍ਹਦਾ, ਉਹਦਾ ਸਿੱਖ ਵਾਲਾ ਜੀਵਨ ਉਹਨਾਂ ਚਿਰ ਨਹੀਂ ਬਣ ਸਕਦਾ। ਕਿਉਂਕਿ ਜਦੋਂ ਸਿੱਖ ਜਿਹੜੇ ਸਨ ਧੀਰਮਲ ਦੇ ਕੋਲੋਂ ਮਹਾਰਾਜ ਦਾ ਸਰੂਪ ਲੈਣ ਗਏ ਸੀ, ਜਿਹੜਾ ਭਾਈ ਗੁਰਦਾਸ ਕੋਲੋਂ ਲਿਖਾਇਆ ਸੀ 5ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸਾਹਿਬ, ਤੇ ਉਹਨੇ ਅੱਗੋਂ ਮਿਹਣਾ ਮਾਰਿਆ ਸੀ ਕਿ ਗੁਰੂ ਪੂਰੇ ਹਨ ਤੇ ਆਪੇ ਬਣਾ ਲੈਣ, ਸਾਡੇ ਵੱਲ ਬਾਣੀ ਕਿਉਂ ਲੈਣ ਆਏ ਹੋ। ਜਾ ਕੇ ਸਿੱਖਾਂ ਜਦੋਂ ਇਹ ਬਚਨ ਦੱਸਿਆ ਤੇ ਅੰਤਰਜਾਮੀ ਸਤਿਗੁਰੂ ਜੀ ਪਹਿਲਾਂ ਵੀ ਉਹਨਾਂ ਨੂੰ ਪਤਾ ਸੀ, ਕਿਉਂਕਿ 6ਵੇਂ ਜਾਮੇ ਵਿੱਚ ਬਚਨ ਹੋਇਆ ਸੀ ਸਿੱਖਾਂ ਦਾ ਕਿ ਮਹਾਰਾਜ ਆਪ ਜੀ ਨੇ ਬਾਣੀ ਬਹੁਤ ਘੱਟ ਉਚਾਰੀ ਹੈ। ਅਸੀਂ ਆਮ ਕਰਕੇ ਕਹਿ ਦਿੰਦੇ ਹਾਂ 6 ਗੁਰੂਆਂ ਦੀ ਬਾਣੀ, ਪਰ ਇਤਿਹਾਸ ਨੂੰ ਵਿਚਾਰ ਕੇ ਵੇਖੀਏ ਤਾਂ 8 ਗੁਰੂਆਂ ਦੀ ਦੇਣ ਹੈ ਬਾਣੀ ਜਿਹੜੀ ਕ੍ਰਿਤ ਹੈ। 10ਵੇਂ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਹੈ, 9ਵੇਂ ਪਾਤਸ਼ਾਹ ਦੇ ਸ਼ਲੋਕਾਂ ਵਿੱਚ ਬਲ ਹੋਆ ਬੰਧਨ ਛੁਟੇ ਸਭ ਕਿਛ ਹੋ ਤੇ ਉਪਾਏ। ਤੇ 6ਵੇਂ ਪਾਤਸ਼ਾਹ ਜੀ ਨੇ ਜਿਹੜੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਉਹਨਾਂ 'ਤੇ 9 ਵਾਰਾਂ ਦੀਆਂ ਧੁਨਾਂ ਜਿਹੜੀਆਂ ਉੱਤੇ ਚਾਰੀਆਂ ਹਨ। ਜਿਵੇਂ ਆਸਾ ਦੀ ਵਾਰ ਵਿੱਚ ਆਉਂਦਾ ਟੁੰਡੇ ਆਸ ਰਾਜੇ ਕੀ ਧੁਨੀ, ਇਸ ਤਰ੍ਹਾਂ 9 ਵਾਰਾਂ ਦੇ ਉੱਤੇ ਜੋ ਸਿਰਲੇਖ ਬਣਾਇਆ ਹੈ ਉਹ 6ਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਇਹ ਰੂਹਾਨੀ ਤਾਕਤ ਹੈ ਤੇ ਵੀਰ ਰਸ ਵੀ ਨਾਲ ਮਹਾਰਾਜ ਨੇ ਬਖਸ਼ਿਆ ਹੈ। ਤੇ ਸਤਿਗੁਰਾਂ ਉਸ ਵੇਲੇ ਕਿਹਾ ਕਿ ਭਾਈ ਹੁਣ ਸਮਾਂ ਆ ਗਿਆ ਹੈ ਬਾਣੀ ਚਾਰਨ ਦਾ, ਇਹ ਕੌਤਕ ਹੋਣਾ ਸੀ। ਧੀਰਮਲ ਦੇ ਰਾਹੀਂ ਇਹ ਜਿਹੜਾ ਮਿਹਣਾ ਵੱਜਣਾ ਸੀ ਤੇ ਸਿੱਖਾਂ 'ਤੇ ਭਲਾ ਹੋਣਾ ਸੀ, ਪਰਮੇਸ਼ਰ ਨੇ ਕਿਰਪਾ ਕਰਾਉਣੀ ਸੀ। ਫਿਰ ਗੁਰੂ ਮਹਾਰਾਜ ਜੀ ਨੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਆਪਣੇ ਕੰਠ ਤੋਂ ਜ਼ੁਬਾਨੀ ਚਾਰਿਆ ਆਤਮ ਸ਼ਕਤੀ ਨਾਲ, ਤੇ 10ਵੇਂ ਪਾਤਸ਼ਾਹ ਜੀ ਨੇ ਜਿਹੜਾ 10ਮ ਗ੍ਰੰਥ ਤਾਂ ਫਿਰ ਸਾਰਾ ਇਹ ਕਿਰਪਾ ਕੀਤੀ ਕਿ ਕੋਈ ਇਤਿਹਾਸ ਲੱਭਣ ਵਾਸਤੇ ਮੇਰਾ ਸਿੱਖ ਕਿਸੇ ਕੋਲ ਜਾਵੇਗਾ ਫਿਰ ਇਹ ਰਾਮਾ ਨਾ ਮਿਲੇ। ਜਿਹੜਾ 10ਮ ਗ੍ਰੰਥ ਪੜ੍ਹ ਲਵੇਗਾ ਉਹਨੂੰ ਸਾਰੇ ਇਤਿਹਾਸ ਦੀ ਜੋ ਵੀ ਪੁਰਾਤਨ ਮਹਾਂਪੁਰਖ ਹੋਏ, ਦੇਵੀ ਦੇਵਤੇ ਜਿੰਨੇ ਵੀ ਕੋਈ ਕਰਨੀ ਵਾਲੇ ਹੋਏ, ਜਿਨ੍ਹਾਂ ਕੁਝ ਕਰਕੇ ਵਿਖਾਇਆ, ਉਹਨਾਂ ਦਾ ਸਾਰਾ ਉਹਨੂੰ ਪਤਾ ਲੱਗ ਜਾਵੇਗਾ ਕਿ ਇਹਨਾਂ ਕੁਝ ਕੀਤਾ ਹੈ ਤੇ ਪਰਮੇਸ਼ਰ ਦੀ ਬਾਣੀ ਵੀ ਹੈ। ਇਸ ਕਰਕੇ ਭਾਈ ਜਿਨ੍ਹਾਂ ਨੂੰ ਉਸ ਗੱਲ ਦੀ ਸਮਝ ਆਈ ਉਹਨਾਂ ਨੇ ਉਹਦਾ ਕਦਰ ਵੀ ਕੀਤਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਦੇ। ਇਸ ਕਰਕੇ ਉਹ ਨਿਰਮਲੇ ਹਨ, ਉਹ ਖਾਲਸੇ ਹਨ। ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ। ਜਿਹੜੀ ਹੈ ਇਤਿਹਾਸ ਦੇ ਮੁਤਾਬਕ ਉਹ ਬੀੜ ਦਾ ਸਾਰਿਆਂ ਨੂੰ ਦਰਸ਼ਨ ਨਹੀਂ ਹੋ ਸਕਿਆ, ਪਰ ਉਹਦੇ ਤੋਂ ਉਤਾਰੇ ਬੜੇ ਸਿੱਖਾਂ ਨੇ ਕੀਤੇ, ਪਰਉਪਕਾਰ ਮਹਾਰਾਜ ਨੇ ਕੀਤਾ ਹੈ। ਇਸ ਕਰਕੇ ਗੁਰੂ ਕੀ ਸਾਧ ਸੰਗਤ ਬਚਨ ਇੱਥੇ ਹੈ ਪੂਰਾ ਅੱਜ ਦਾ, ਜੋ ਮਹਾਰਾਜ ਵਿਸ਼ਰਾਮਤਾ ਕਰਦੇ ਹਨ ਇਸ ਵਿਚਾਰ ਦੀ ਇੱਥੇ ਕਿ ਭਾਈ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਹੈ ਉਹਨਾਂ ਦੀ ਵਡਿਆਈ ਹੋਈ ਹੈ, ਉਹਨਾਂ ਨੂੰ ਹਰ ਤਰ੍ਹਾਂ ਮਹਾਰਾਜ ਨੇ ਪਦਾਰਥਾਂ ਨਾਲ ਭਰਪੂਰ ਕੀਤਾ ਹੈ। ਤੇ ਹੰਕਾਰ ਨੂੰ ਛੱਡ ਕੇ ਗੁਰੂ ਦੇ ਪ੍ਰੇਮ ਭਾਵ ਨੂੰ ਜਿਨ੍ਹਾਂ ਧਾਰਨ ਕੀਤਾ ਹੈ ਉਹਨਾਂ ਨੇ ਕਿਰਪਾ ਦੇ ਪਾਤਰ ਬਣ ਕੇ ਆਪਣਾ ਜੀਵਨ ਸਫਲਾ ਕੀਤਾ। ਇੱਥੇ ਵਿਚਾਰ ਦੀ ਇਸ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਜੋਗ ਹੋਗਣਾ ਨੂੰ ਅੰਜਨਾ ਚਰਾਰਨਾ ਕੇ ਤੋਂ ਸੋਝੀ ਬਖਸ਼ਣੀ। ਮਹਾਰਾਜ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥਾ ਵਾਧਾ ਹੋਵੇ, ਏਕਤਾ ਹੋਵੇ। ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ।